ਹਾਂਜੀ। ਸੋ ਅੱਜ ਆਪਾਂ ਜਿਹੜੀ ਮੇਨ ਚੀਜ਼ ਕਰਨੀ ਹੈ ਨਾ, ਉਹ ਆਪਾਂ ਵੈਸੇ ਕਰਨੀ ਕਿ ਜਿਹੜੇ ਹਿਸਾਬ ਨਾਲ ਟਾਸਕ ਟੂ ਆਉਂਦੇ ਆ, ਜਿਵੇਂ ਹੁਣ ਟਫ ਆਉਂਦੇ ਆ ਜਾਂ ਵਰਡਿੰਗ ਉਹਨਾਂ ਵਿੱਚ ਏਦਾਂ ਦੀ ਹੁੰਦੀ ਆ, ਆਪਾਂ ਅੱਜ ਟਾਸਕ ਟੂ ਕਰਨੇ ਉਦਾਂ ਦੇ ਜਿਹੜੇ ਅਨਕੋਮਨ ਜੇ ਹੋਣ ਥੋੜੇ ਜਿਹੇ। ਮੇਰੇ ਕਹਿਣ ਦਾ ਮਤਲਬ ਆਪਾਂ ਕੀਵਰਡ ਤੇ ਗੱਲ ਕਰਨੀ ਅੱਜ। ਅੱਗੇ ਵੀ ਮੈਂ ਇੱਕ ਵਾਰੀ ਲੈਕਚਰ ਪਿਛਲੇ ਬੈਚ 'ਚ ਵੀ ਲਾਇਆ ਸੀਗਾ, ਜਿਨ੍ਹਾਂ ਨੂੰ ਆਪਾਂ ਯਾਨੀ ਕਿ ਜਿਵੇਂ ਬੈਡ ਲੱਕ ਟੌਪਿਕਸ ਵੀ ਕਹਿ ਦਿੰਦੇ ਹਾਂ। ਬੈਡ ਲੱਕ ਟੌਪਿਕਸ ਕਿਹੜੇ ਹੁੰਦੇ ਆ? ਜਿਹੜੇ ਥੋੜੇ ਜਿਹੇ ਜਿਨ੍ਹਾਂ ਦਾ ਬੈਡ ਲੱਕ ਹੋਵੇ, ਤੇ ਉਹ ਪਰ ਆਪਾਂ ਹੁਣ ਨਹੀਂ ਵੈਸੇ ਬੈਡ ਲੱਕ ਰਹਿੰਦੇ, ਗੁੱਡ ਲੱਕ ਹੋ ਜਾਣਗੇ, ਕਿਉਂਕਿ ਆਪਾਂ ਕਾਫੀ ਕੀਵਰਡ ਕਰਾਂਗੇ ਅੱਜ ਜਿਹੜੇ ਜੇ ਫਾਈਨਲ 'ਚ ਆਏ ਹੋਣ ਤਾਂ ਤੁਹਾਨੂੰ ਉਹਨਾਂ ਦੇ ਰਿਲੇਟਡ ਕੋਈ ਦਿੱਕਤ ਨਹੀਂ ਆਊਗੀ ਜੀ, ਠੀਕ ਹੈ ਨਾ। ਇਹਨਾਂ ਨੂੰ ਕਾਪੀ ਤੇ ਨੋਟ ਕਰ ਲਿਓ ਤੇ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਲੈਕਚਰ ਨੂੰ। ਓਕੇ ਜੀ, ਇਹ ਕਾਫੀ ਹੈਲਪਫੁਲ ਹੋਊਗੀ ਚੀਜ਼ ਤੁਹਾਨੂੰ, ਜਿਨ੍ਹਾਂ ਦਾ ਐਗਜ਼ਾਮ ਹੁਣ ਥੋੜੇ ਯਾਨੀ ਕਿ ਦਿਨਾਂ ਨੂੰ ਆ ਜਾਂ ਜਿਨ੍ਹਾਂ ਦਾ ਫਿਊਚਰ 'ਚ ਆ। ਓਕੇ ਜੀ, ਸੋ ਪਹਿਲੇ ਨੰਬਰ ਤੇ ਮੈਂ ਕੀਵਰਡ ਅੱਜ ਬੋਲੂੰਗਾ, ਕੀਵਰਡ ਆਪਾਂ ਨੋਟ ਕਰਨੇ, ਠੀਕ ਹੈ ਜੀ। ਸੋ ਪਹਿਲੇ ਨੰਬਰ ਤੇ ਜਿਹੜਾ ਇੱਕ ਵਾਰੀ ਕਿਹੜੀ ਮਾੜੀ ਕਿਸਮਤ ਹੋਵੇ ਉਹ ਪਾ ਦਿੰਦੇ ਆ ਜੀ, ਤਾਂ ਉਹ ਹੈਗਾ ਜੀ ਸਪੇਸ ਐਕਸਪਲੋਰੇਸ਼ਨ। ਨੋਟ ਕਰ ਲਿਓ ਜੀ ਇਹਨੂੰ, ਸਪੇਸ ਐਕਸਪਲੋਰੇਸ਼ਨ। ਸਪੇਸ ਐਕਸਪਲੋਰੇਸ਼ਨ। ਦੂਸਰੇ ਨੰਬਰ ਤੇ ਸਾਈਬਰ ਕ੍ਰਾਈਮ। ਇੱਥੇ ਵਰਡਿੰਗ ਦੇ ਵਿੱਚ ਵੀ ਕਈ ਭੁਲੇਖਾ ਪੈ ਜਾਂਦਾ, ਤਾਂ ਉਹ ਆਪਾਂ ਸਾਰੇ ਡਾਊਟ ਲੈ ਕੇ ਚੱਲਾਂਗੇ ਜੀ। ਤੀਸਰੇ ਨੰਬਰ ਤੇ ਜੀ ਦੋ ਕੀਵਰਡ ਹੈ ਜੀ, ਗਲੋਬਲਾਈਜੇਸ਼ਨ ਤੇ ਨਾਲ ਹੀ ਇਹਦੇ ਇੱਕ ਵਰਡ ਪਿਆ ਗਲੋਬਲ ਵਾਰਮਿੰਗ। ਦੋਨੇ ਰਲਦੇ ਮਿਲਦੇ ਜੇ ਵਰਡ, ਕਈ ਵਾਰੀ ਬੱਚਿਆਂ ਦੇ ਵਿੱਚ ਕਨਫਿਊਜ਼ ਹੋ ਜਾਂਦਾ ਜੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਸੋ ਸਪੇਸ ਐਕਸਪਲੋਰੇਸ਼ਨ ਹੋ ਗਿਆ, ਸਾਈਬਰ ਕ੍ਰਾਈਮ ਹੋ ਗਿਆ, ਗਲੋਬਲਾਈਜੇਸ਼ਨ ਹੋ ਗਿਆ, ਗਲੋਬਲ ਵਾਰਮਿੰਗ ਹੋ ਗਿਆ ਜੀ। ਅਗਲੇ ਦੋ ਵਰਡ ਜਿਹੜੇ ਕਿਹੜੀ ਭੁਲੇਖਾ ਪਾ ਰਹਿੰਦੇ, ਇੱਕ ਹੁੰਦਾ ਜੀ ਟੂਰਿਸਟ, ਇੱਕ ਹੁੰਦਾ ਜੀ ਟੈਰਰਿਸਟ। ਟੈਰਰਿਸਟ। ਪੰਜਵੇਂ ਨੰਬਰ ਤੇ ਆਪਣੇ ਕੋਲ ਹੁੰਦਾ ਜੀ ਡਿਸਟੈਂਸ ਲਰਨਿੰਗ। ਛੇਵੇਂ ਨੰਬਰ ਤੇ ਕੀਵਰਡ ਟਾਰਗੇਟ ਹੋ ਸਕਦਾ ਵਿਰਚੁਅਲ ਕਲਾਸਿਸ ਜਾਂ ਵਿਰਚੁਅਲ ਫਰੈਂਡਸ। ਸੈਵਨਥ ਨੰਬਰ ਤੇ ਚੀਜ਼ ਟਾਰਗੇਟ ਹੋ ਸਕਦੀ ਜੀ ਸੋਲਰ ਐਨਰਜੀ। ਸੋਲਰ ਐਨਰਜੀ, ਓਕੇ ਜੀ। 7 ਨੰਬਰ ਤੇ ਆਪਣੇ ਕੋਲ ਸੋਲਰ ਐਨਰਜੀ। 7ਵੇਂ ਨੰਬਰ ਤੇ ਜੀ ਰੀਨਿਊਏਬਲ ਸੋਰਸਸ। ਰੀਨਿਊਏਬਲ ਰਿਸੋਰਸਸ। ਤੇ ਆਪਣੇ ਕੋਲ 8ਵੇਂ ਨੰਬਰ ਤੇ ਸੀ ਜੀ ਰੀਨਿਊਏਬਲ ਰਿਸੋਰਸਸ। 9ਵੇਂ ਨੰਬਰ ਤੇ ਜੀ ਜੈਨੇਟਿਕ ਇੰਜੀਨੀਅਰਿੰਗ ਜਾਂ ਜੈਨੇਟਿਕਸ ਇੰਜੀਨੀਅਰਿੰਗ ਜਾਂ ਇਕੱਲਾ ਜੈਨੇਟਿਕ ਰਿਸਰਚ। ਜੈਨੇਟਿਕ ਰਿਸਰਚ, ਓਕੇ ਜੀ। 10th ਨੰਬਰ ਤੇ ਜਿਵੇਂ ਆਪਾਂ ਨੂੰ ਕੋਈ ਟੌਪਿਕ ਯਾਦ ਆਉਂਦਾ ਉਹਨੂੰ ਆਪਾਂ ਇੱਥੇ ਫਿਲ ਕਰ ਦਾਂਗੇ, ਓਕੇ ਜੀ। ਸੋ ਤੁਹਾਡੇ ਸਾਹਮਣੇ ਜੋ ਟੌਪਿਕ ਹੈ ਜੀ, ਇਹ ਮੈਂ ਅੱਜ ਤਾਂ ਕਰਾਉਣ ਲੱਗਾ ਕਿਉਂਕਿ ਐਗਜ਼ਾਮ ਜਿਨ੍ਹਾਂ ਦਾ ਨੇੜੇ ਆ ਤਾਂ ਉਹਨਾਂ ਨੂੰ ਜੇ ਏਦਾਂ ਦਾ ਕੋਈ ਐਸੇ ਦੇਖੇ ਤਾਂ ਉਹਨਾਂ ਕੋਲੇ ਪੁਆਇੰਟਸ ਹੋਣ। ਇਹਨਾਂ ਸਾਰਿਆਂ ਤੇ ਆਪਾਂ 2-2 4-4 ਮਿੰਟ ਗੱਲਬਾਤ ਕਰਾਂਗੇ, ਓਕੇ ਜੀ, ਇਹਨਾਂ ਸਾਰਿਆਂ ਦੇ ਉੱਪਰ। ਸੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਸਪੇਸ ਐਕਸਪਲੋਰੇਸ਼ਨ। ਸਪੇਸ ਐਕਸਪਲੋਰੇਸ਼ਨ ਦਾ ਮਤਲਬ ਸਪੇਸ ਨੂੰ ਐਕਸਪਲੋਰ ਕਰਨਾ। ਐਕਸਪਲੋਰੇਸ਼ਨ ਵਰਡ ਪਿਆ ਐਕਸਪਲੋਰ ਤੋਂ, ਜਾਨੀ ਕਿ ਫਰੋਲਣਾ, ਰਿਸਰਚ ਕਰਨੀ ਉੱਥੇ। ਐਸੇ ਤੁਹਾਨੂੰ ਪਾ ਸਕਦੇ ਆ ਜੀ ਕਿ ਕੁਝ ਲੋਕੀ ਕਹਿੰਦੇ ਕਿ ਸਪੇਸ ਐਕਸਪਲੋਰੇਸ਼ਨ ਤੇ ਪੈਸਾ ਸਪੈਂਡ ਕਰਨਾ ਚਾਹੀਦਾ ਵਾ। ਕੁਝ ਲੋਕੀ ਕਹਿ ਰਹੇ ਨਹੀਂ ਜੀ, ਇਹ ਸੇਮ ਪੈਸੇ ਕਿਸੇ ਹੋਰ ਚੀਜ਼ ਤੇ ਲਾਇਆ ਜਾ ਸਕਦਾ। ਡਿਸਕਸ ਬੋਥ ਵਿਊ ਤੇ ਗਿਵ ਯੂਰ ਓਨ ਓਪੀਨੀਅਨ। ਨੈਚੁਰਲ ਜਿਹੜਾ ਤੁਸੀਂ ਪਹਿਲੇ ਬੀਪੀ 'ਚ ਲਿਖੋਗੇ ਕਿ ਸਪੇਸ ਐਕਸਪਲੋਰੇਸ਼ਨ ਤੇ ਕੁਝ ਲੋਕੀ ਕਹਿੰਦੇ ਪੈਸਾ ਸਪੈਂਡ ਕਰਨਾ ਚਾਹੀਦਾ। ਕਿਉਂ ਕਰਨਾ ਚਾਹੀਦਾ ਜੀ? ਉਹਨਾਂ ਦੇ ਸਾਥ 2 ਪੁਆਇੰਟ ਸੋਚਣੇ ਤੁਸੀਂ ਜੀ, ਸਿਰਫ 2 ਬਸ। BP2 ਤਾਂ ਤੁਹਾਨੂੰ ਵੀ ਪਤਾ, ਤੁਸੀਂ ਖੁਦ ਹੀ ਬਣਾ ਲੈਣਾ ਕਿ ਇਹੀ ਪੈਸਾ ਕਿਸੇ ਹੋਰ ਚੀਜ਼ ਤੇ ਸਪੈਂਡ ਕੀਤਾ ਜਾ ਸਕਦਾ। ਉਹ ਤਾਂ ਤੁਹਾਨੂੰ ਪਤਾ ਹੀ ਹੈ। ਐਜੂਕੇਸ਼ਨ ਆਪਣੀ ਕੰਟਰੀ ਨੂੰ ਸੁਧਾਰ ਲਈ, ਡਿਵੈਲਪਮੈਂਟ ਆ, ਉਹ ਤਾਂ ਤੁਹਾਡੇ ਕੋਲ ਹੈਗੀ ਆ ਪੁਆਇੰਟ, ਇਹ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ।
ਆਪਾਂ ਕਰਨੀ BP1 ਦੇ ਬਾਰੇ ਗੱਲ ਕਿ ਲੋਕੀ ਕਹਿ ਰਹੇ ਕਿ ਸਪੇਸ ਐਕਸਪਲੋਰੇਸ਼ਨ ਤੇ ਪੈਸਾ ਸਪੈਂਡ ਕਰਨਾ ਚਾਹੀਦਾ। ਕਿਉਂ ਕਰਨਾ ਚਾਹੀਦਾ? ਨੈਚੁਰਲ ਜੀ ਗੱਲ ਆ। ਤੁਸੀਂ ਕਹੋ ਜੀ ਇਹਦੇ ਨਾਲ ਕੀ ਹੁੰਦਾ? ਇਹਦੇ ਨਾਲ ਆਪਾਂ ਨੂੰ ਜੇ ਆਪਾਂ ਸਪੇਸ ਐਕਸਪਲੋਰੇਸ਼ਨ ਤੇ ਸਰਚ ਕਰਦੇ ਆ ਤਾਂ ਇਹਦੇ ਨਾਲ ਆਪਾਂ ਨੂੰ ਬਹੁਤ ਸਾਰੇ ਸੀਕ੍ਰੇਟ ਪਤਾ ਲੱਗ ਸਕਦੇ ਜੀ, ਯਾਨੀ ਕਿ ਯੂਨੀਵਰਸ ਦੇ ਬਹੁਤ ਸਾਰੇ ਸੀਕ੍ਰੇਟ ਪਤਾ ਲੱਗ ਸਕਦੇ ਆ ਜੀ। ਤੁਸੀਂ ਕਹੋ ਜੀ ਜਾਨੀ ਕਿ ਹਜ਼ਾਰਾਂ ਸਾਲਾਂ ਤੋਂ, ਹਜ਼ਾਰਾਂ ਤੋਂ ਵੀ ਜ਼ਿਆਦਾ, ਹਜ਼ਾਰਾਂ ਸਾਲਾਂ ਤੋਂ ਜੋ ਹਿਊਮਨ ਆ ਉਹ ਜਾਨੀ ਕਿ ਕੁਝ ਕੁ ਕੁਐਸਚਨਸ ਆ ਜਿਨ੍ਹਾਂ ਦੇ ਆਨਸਰ ਲੱਭਦਾ ਫਿਰਦਾ, ਬਟ ਅੱਜ ਤੱਕ ਉਹਨੂੰ ਆਨਸਰ ਮਿਲੇ ਨਹੀਂ। ਉਹ ਜਿਵੇਂ ਕਿ ਕਿੱਦਾਂ ਦੇ ਕੁਐਸਚਨ ਕਿ ਆਪਾਂ ਹਿਊਮਨਸ ਧਰਤੀ ਦੇ ਉੱਪਰ ਕਿਉਂ ਆ ਆਪਾਂ, ਜਾਂ ਕੀ ਆਪਣੀ ਧਰਤੀ ਤੋਂ ਬਿਨਾਂ ਕੋਈ ਹੋਰ ਵੀ ਪਲੈਨਟ ਯੂਨੀਵਰਸ ਵਿੱਚ ਹੈਗਾ ਕਿ ਨਹੀਂ ਹੈਗਾ, ਜਾਂ ਕਿਤੇ ਹੋਰ ਵੀ ਜੀਵਨ ਵਗੈਰਾ ਸੰਭਵ ਹੈਗਾ ਕਿ ਨਹੀਂ ਹੈਗਾ। ਇਹਨਾਂ ਆ ਜਿਹੜੇ ਕੁਐਸਚਨ ਤੁਸੀਂ ਕੋ ਇਹਨਾਂ ਦੇ ਆਨਸਰ ਜਿਹੜਾ ਇਨਸਾਨ ਆ ਉਹ ਹਜ਼ਾਰਾਂ ਸਾਲਾਂ ਤੋਂ ਲੱਭਦਾ ਫਿਰਦਾ ਵਾ। ਸੋ ਜੇ ਆਪਾਂ ਸਪੇਸ ਐਕਸਪਲੋਰੇਸ਼ਨ ਨੂੰ ਜਾਰੀ ਰੱਖਦੇ ਆ ਤਾਂ ਹੋ ਸਕਦਾ ਆਪਾਂ ਨੂੰ ਇਹਨਾਂ ਦੇ ਆਨਸਰ ਮਿਲ ਜਾਣ ਜੀ, ਆਪਾਂ ਨੂੰ ਪਤਾ ਲੱਗ ਜੇ। ਤੁਸੀਂ ਕੋ ਜੇ ਮੰਨ ਕੇ ਜੋ ਆਪਾਂ ਨੂੰ ਹੋਰ ਕੋਈ ਪਲੈਨਟ ਲੱਭ ਜਾਂਦਾ ਵਾ ਆਪਾਂ ਨੂੰ, ਤਾਂ ਫਿਰ ਆਪਾਂ ਨੂੰ ਕਿੰਨਾ ਸੌਖਾ ਹੋਊਗਾ ਨਾ। ਹੋ ਸਕਦਾ ਉੱਥੇ ਆਪਾਂ ਨੂੰ ਕੋਈ ਰਿਸੋਰਸਸ ਮਿਲ ਜਾਣ, ਕੋਈ ਨਿਊ ਚੀਜ਼ਾਂ ਮਿਲਣ, ਆਪਾਂ ਨੂੰ ਨਵੇਂ ਸੁਰਾਗ ਮਿਲਣ ਉੱਥੋਂ। ਤਾਂ ਇਹ ਚੀਜ਼ ਤੇ ਪੈਸਾ ਸਪੈਂਡ ਹੋਣਾ ਚਾਹੀਦਾ ਜੀ ਸਪੇਸ ਐਕਸਪਲੋਰੇਸ਼ਨ ਤੇ। ਨੰਬਰ 2, ਤੁਸੀਂ ਕੋ ਕੱਲੀਆਂ ਨਵੀਆਂ ਚੀਜ਼ਾਂ ਲੱਭਣ ਵਾਸਤੇ ਨਹੀਂ ਹੁੰਦੀਆਂ, ਆਪਣੀ ਧਰਤੀ ਨੂੰ ਜਿਹੜੇ ਫਿਊਚਰ ਖਤਰੇ ਵੀ ਤਾਂ ਪਤਾ ਲੱਗ ਹੀ ਸਕਦੇ ਆ ਨਾ ਜੀ। ਦੇਖੋ ਧਰਤੀ ਦੇ ਆਸੇ-ਪਾਸੇ ਸੈਟੇਲਾਈਟ ਲਾਈਆਂ ਹੁਣ ਆਪਾਂ ਇੰਨੀਆਂ, ਹੁਣ ਸੈਟੇਲਾਈਟਸ ਲੱਗੀਆਂ, ਜਿਹੜਾ ਆਪਾਂ ਨੂੰ ਮੌਸਮ ਦਾ ਪਤਾ ਲੱਗ ਜਾਂਦਾ। ਉਹ ਕਿਵੇਂ ਪਤਾ ਲੱਗ ਜਾਂਦਾ ਜੀ? ਸੈਟੇਲਾਈਟ ਵੇਖ ਕੇ ਲੱਗਦਾ ਪਤਾ। ਕੋਈ ਵੀ ਚੀਜ਼ ਆਪਣੀ ਧਰਤੀ ਨਾਲ ਟਕਰਾਉਣ ਤਾਂ ਨਹੀਂ ਲੱਗੇਗੀ, ਉਹ ਸਾਰੀਆਂ ਚੀਜ਼ਾਂ ਕੌਣ ਦੱਸਦੀਆਂ? ਸੈਟੇਲਾਈਟ ਹੀ ਦੱਸਦੀਆਂ ਨਾ ਜੀ। ਤੇ ਤੁਸੀਂ ਕਹੋ ਇਹ ਜੀ ਇੱਕ ਧਰਤੀ ਦੀ ਸਿਕਿਉਰਿਟੀ ਸਿਸਟਮ ਹੁੰਦਾ। ਜੇ ਆਪਾਂ ਸਪੇਸ ਐਕਸਪਲੋਰੇਸ਼ਨ ਤੇ ਰਿਸਰਚ ਕਰਦੇ ਆ, ਇਹਦੇ ਨਾਲ ਕੀ ਹੋ ਸਕਦਾ? ਇਹਦੇ ਨਾਲ ਇੱਕ ਤਰ੍ਹਾਂ ਦੀ ਆਪਣੀ ਧਰਤੀ ਸਿਕਿਉਰਿਟੀ ਹੁੰਦੀ ਇੱਕ ਹਿਸਾਬ ਦੇ ਨਾਲ। ਤੁਸੀਂ ਕਹੋ ਦੇਖੋ ਸੈਟੇਲਾਈਟ ਜਿਹੜੀਆਂ ਆਪਾਂ ਲਾਈਆਂ ਵਾ ਉਹ ਆਪਾਂ ਨੂੰ ਮੌਸਮ ਦੇ ਬਾਰੇ ਦੱਸਦੀਆਂ ਵਾ, ਉਹ ਆਪਾਂ ਨੂੰ ਆਉਣ ਵਾਲੇ ਖਤਰੇ ਦੇ ਬਾਰੇ ਦੱਸਦੀਆਂ ਜੀ। ਤਾਂ ਤੁਸੀਂ ਕੋ ਸਪੇਸ ਐਕਸਪਲੋਰੇਸ਼ਨ ਤੇ ਪੈਸਾ ਸਪੈਂਡ ਕਰਨਾ ਚਾਹੀਦਾ ਜੀ। ਇਹਦੇ ਨਾਲ ਪਤਾ ਲੱਗਦਾ ਆਪਾਂ ਨੂੰ ਕਿ ਆਪਣੀ ਫਿਊਚਰ ਦੇ ਵਿੱਚ ਕੀ ਕੋਈ ਡਿਜ਼ਾਸਟਰ ਵਗੈਰਾ ਤਾਂ ਨਹੀਂ ਹੋਣ ਵਾਲੀ ਜੀ। ਲੱਗ ਗਿਆ ਨਾ ਪਤਾ? ਇਹ 2 ਰੀਜ਼ਨ ਸੀਗੇ ਜੀ। ਨੰਬਰ 1, ਆਪਾਂ ਨੂੰ ਆਪਣੇ ਕੁਐਸਚਨਾਂ ਦਾ ਆਨਸਰ ਮਿਲ ਸਕਦਾ ਜੀ। ਇਨਸਾਨ ਕਿੱਥੋਂ ਆਇਆ? ਧਰਤੀ ਦੇ ਵਾਂਗੂ ਹੋਰ ਵੀ ਕੋਈ ਪਲੈਨਟ ਹੈਗਾ ਜਾਂ ਨਹੀਂ ਹੈਗਾ? ਹੋ ਸਕਦਾ ਕਿਸੇ ਹੋਰ ਪਲੈਨਟ ਲੱਭਣ ਤੋਂ ਬਾਅਦ ਚੋਂ ਆਪਾਂ ਨੂੰ ਉੱਥੇ ਰਿਸੋਰਸਸ ਬਹੁਤ ਲੱਭ ਜਾਣ। ਹੋ ਸਕਦਾ ਕਿਸੇ ਪਲੈਨਟ ਦੇ ਉੱਪਰ ਆਪਾਂ ਨੂੰ ਆਇਲ ਵਗੈਰਾ ਲੱਭ ਜੇ ਜਿਹੜਾ ਆਪਣੇ ਖਤਮ ਹੋ ਰਿਹਾ ਵਾ। ਸਮਝ ਗਏ ਜੀ? ਹੋ ਸਕਦਾ ਉਹ ਤੋਂ ਗੋਲਡ ਹੀ ਹੋਵੇ, ਡਾਇਮੰਡ ਹੀ ਹੋਣ। ਤਾਂ ਇਦਾਂ ਦੀਆਂ ਚੀਜ਼ਾਂ ਦੀ ਪੋਸੀਬਿਲਿਟੀ ਹੈਗੀ ਹੈ ਜੀ। ਤਾਂ ਇਹ ਤੁਹਾਡਾ ਪਹਿਲਾ ਸੀਗਾ ਜੀ ਸਪੇਸ ਐਕਸਪਲੋਰੇਸ਼ਨ। ਆਹ ਵਾਲੇ ਪੁਆਇੰਟ ਹੀ ਲਿਖ ਦੋਗੇ, ਇਨਫ ਆ ਜੀ। ਇਹਨਾਂ ਨੂੰ ਨੋਟ ਕਰ ਲਿਓ ਬਸ, ਕਿਉਂਕਿ 2 ਤੋਂ ਵੱਧ ਪੁਆਇੰਟ ਦੀ ਲੋੜ ਹੀ ਨਹੀਂ ਪੈਂਦੀ ਆਪਾਂ ਨੂੰ। ਅੱਗੇ ਚੱਲਦੇ ਆ ਜੀ ਸਾਈਬਰ ਕ੍ਰਾਈਮ ਤੇ। ਸਾਈਬਰ ਕ੍ਰਾਈਮ ਹੁੰਦਾ ਜੀ ਜੋ ਇੰਟਰਨੈਟ ਦੀ ਦੁਨੀਆ ਦੇ ਵਿੱਚ ਕ੍ਰਾਈਮ ਹੁੰਦਾ ਵਾ। ਆਨਲਾਈਨ ਕ੍ਰਾਈਮ ਜਿਹੜਾ ਹੁੰਦਾ ਉਹਨੂੰ ਸਾਈਬਰ ਕ੍ਰਾਈਮ ਕਹਿ ਦਿੰਦੇ ਆ ਜੀ। ਮੰਨ ਕੇ ਚੱਲੋ ਕਿਸੇ ਬੰਦੇ ਨੇ ਕਿਹਦਾ ATM ਕਾਰਡ ਨੂੰ ਹੈਕ ਕਰਕੇ ਚਲਾਤਾ ਜੀ, ਉਹ ਇੱਕ ਤਰ੍ਹਾਂ ਦਾ ਸਾਈਬਰ ਕ੍ਰਾਈਮ ਦੇ ਵਿੱਚ ਕਾਊਂਟ ਹੋਊਗਾ। ਕਿਸੇ ਬੰਦੇ ਦੀ ਫੇਸਬੁੱਕ ID ਨੂੰ ਹੈਕ ਕਰਕੇ ਉਹਦਾ ਮਿਸਯੂਜ਼ ਕਰ ਲਾ, ਉਹ ਬੰਦਾ ਰਿਪੋਰਟ ਜਾ ਕੇ ਕਿੱਚ ਜਾਨੀ ਕਿ ਲਿਖਾਊਗਾ, ਉਹ ਸਾਈਬਰ ਡਿਪਾਰਟਮੈਂਟ ਵਿੱਚ ਜਾ ਕੇ ਆਪਣੀ ਰਿਪੋਰਟ ਦਰਜ ਕਰਵਾ ਸਕਦਾ। ਆਨਲਾਈਨ ਜਦੋਂ ਵੀ ਕੋਈ ਕ੍ਰਾਈਮ ਹੁੰਦਾ, ਤੁਸੀਂ ਵੈਸੇ ਨਹੀਂ ਕਿ ਆਪਣੇ ਪਿੰਡ ਜਾਂ ਸ਼ਹਿਰ ਦੇ ਥਾਣੇ ਵਿੱਚ ਜਾ ਵੜੋਗੇ। ਇਹਨਾਂ ਦਾ ਇੱਕ ਵੱਖਰਾ ਡਿਪਾਰਟਮੈਂਟ ਹੁੰਦਾ ਵਾ, ਸਾਈਬਰ ਡਿਪਾਰਟਮੈਂਟ ਕਹਿੰਦੇ ਉਹਨੂੰ। ਆਨਲਾਈਨ ਕਿਸੇ ਵੀ ਬੰਦੇ ਨਾਲ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਹੁੰਦਾ, ਉਹਨੂੰ ਡੀਲ ਕਰਦਾ ਸਾਈਬਰ ਡਿਪਾਰਟਮੈਂਟ। ਤੇ ਆਨਲਾਈਨ ਕੋਈ ਵੀ ਕ੍ਰਾਈਮ ਜਦੋਂ ਹੁੰਦਾ ਉਹਨੂੰ ਕਹਿੰਦੇ ਆ ਸਾਈਬਰ ਕ੍ਰਾਈਮ। ਕਿਸੇ ਦਾ ਲੈਪਟਾਪ ਹੈਕ ਕਰ ਲਿਆ, ਉਹਦੇ ਵਿੱਚ ਇਨਫੋਰਮੇਸ਼ਨ ਸਾਰੀ ਚੋਰੀ ਕਰ ਲਈ, ਇਹ ਸਾਰਾ ਸਾਈਬਰ ਕ੍ਰਾਈਮ ਦੇ ਅੰਡਰ ਆਉਂਦਾ ਜੀ। ਸੋ ਹੁਣ ਤੁਹਾਨੂੰ ਪਤਾ ਲੱਗ ਗਿਆ, ਹੁਣ ਤੇ ਇਦੋਂ ਵੀ ਸੌਖਾ ਬਣ ਗਿਆ, ਇਸ ਵਿੱਚ ਰਹੀ ਕੋਈ ਨਹੀਂ। ਤੁਹਾਨੂੰ ਕਹਿਣਗੇ ਜੀ ਅੱਜ ਕੱਲ੍ਹ ਸਾਈਬਰ ਕ੍ਰਾਈਮ ਵੱਧਦਾ ਜਾ ਰਿਹਾ, ਰੀਜ਼ਨ ਕੀ ਹੈ, ਸੋਲੂਸ਼ਨ ਕੀ ਹੋ ਸਕਦੇ? ਰੀਜ਼ਨ ਕੀ ਆ ਜਾਂਦੇ ਜੀ? ਰੀਜ਼ਨ ਇਹ ਲੋਕੀ ਆਪਣੀ ਸਾਰੀ ਇਨਫੋਰਮੇਸ਼ਨ ਨੂੰ ਅਪਲੋਡ ਕਰ ਦਿੰਦੇ ਆ ਨਾ। ਪਹਿਲੀ ਗੱਲ ਤਾਂ ਸਾਰੀ ਇਨਫੋਰਮੇਸ਼ਨ ਆਪਣੀ ਜਾਨੀ ਕਿ ਬੈਕਗਰਾਉਂਡ, ਆਪਣੀ ਫੈਮਿਲੀ ਬੈਕਗਰਾਉਂਡ, ਆਪਣੀਆਂ ਜੀਮੇਲ ਵਗੈਰਾ, ਆਪਣੇ ਜੋ ਕੋਡ ਵਗੈਰਾ ਹੁੰਦੇ ਆ ਕਈ, ਜਿਨ੍ਹਾਂ ਰਾਹੀਂ ਹੈਕਰ ਬਾਅਦ ਚੋਂ ਗਾਂ ਦੀਆਂ ਆਪਣੇ ਮੋਬਾਈਲ ਫੋਨ ਤੱਕ ਪਹੁੰਚ ਜਾਂਦਾ, ATM ਕਾਰਡ ਤੱਕ ਪਹੁੰਚ ਜਾਂਦਾ। ਤਾਂ ਪਹਿਲਾਂ ਤਾਂ ਜੀ ਸਾਈਬਰ
ਕ੍ਰਾਈਮ ਦਾ ਕਾਰਨ ਇਹ ਆ ਕਿ ਲੋਕੀ ਆਪਣੀ ਇਨਫੋਰਮੇਸ਼ਨ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਟੋਟਲੀ ਡਿਸਕਲੋਜ਼ ਕਰ ਰਹੇ ਆ ਜੀ, ਕੋਈ ਚੀਜ਼ ਹਿਡਨ ਨਹੀਂ ਕਰਦੇ। ਇਹ ਪਹਿਲਾ ਕਾਰਨ ਹੋ ਸਕਦਾ ਜੀ। ਦੂਸਰਾ ਕਾਰਨ, ਲੋਕੀ ਐਜੂਕੇਟ ਹੈ ਨਹੀਂ ਗੇ ਜੀ। ਐਜੂਕੇਟ ਕਿਵੇਂ ਕਹਿ ਰਹੇ ਆ? ਐਜੂਕੇਟ ਕਿਹੜੇ ਮਾਮਲੇ ਵਿੱਚ? ਲੋਕਾਂ ਨੂੰ ਇਹ ਚੀਜ਼ ਨਹੀਂ ਪਤਾ ਵੀ ਅਸੀਂ ਆਪਦੇ ਸਿਸਟਮ ਨੂੰ ਸਿਕਿਉਰ ਕਿਵੇਂ ਕਰ ਸਕਦੇ ਆ। ਲੋਕਾਂ ਨੂੰ ਸਿਕਿਉਰਿਟੀ ਟੂਲਸ ਨਹੀਂ ਪਤਾ ਹੈਗੇ ਜੀ। ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਚੱਕ ਲਓ, ਫੇਸਬੁੱਕ ਅਕਾਊਂਟ ਹੀ ਚੱਕ ਲਓ ਜੀ। ਫੇਸਬੁੱਕ ਅਕਾਊਂਟ ਨੂੰ ਸਿਕਿਉਰ ਵੀ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਜੀ। ਨਾ ਤੁਹਾਡੇ ਕੋਈ ਪਿਕਸ ਖੋਲ ਸਕਦਾ, ਨਾ ਤੁਹਾਡੇ ਕੋਈ ਫਰੈਂਡਸ ਚੈੱਕ ਕਰ ਸਕਦਾ, ਤੁਹਾਡੀ ਪਰਮਿਸ਼ਨ ਤੋਂ ਬਿਨਾਂ ਉੱਥੇ ਕੋਈ ਨਹੀਂ, ਨਾ ਤੁਹਾਨੂੰ ਕੋਈ ਫਰੈਂਡ ਰਿਕੁਐਸਟ ਹੀ ਭੇਜ ਸਕਦਾ। ਯਾਨੀ ਕਿ ਤੁਸੀਂ ਕਹੋ ਜੀ ਲੋਕਾਂ ਨੂੰ ਏਦਾਂ ਨਹੀਂ ਪਤਾ ਕਿ ਆਪਣੇ ਅਕਾਊਂਟ ਨੂੰ, ਆਪਣੀ ਇਨਫੋਰਮੇਸ਼ਨ ਨੂੰ ਇੰਟਰਨੈਟ ਤੇ ਹਿਡਨ ਕਿਵੇਂ ਰੱਖਣਾ ਵਾ, ਸਿਕਿਉਰ ਕਿਵੇਂ ਰੱਖਣਾ ਵਾ। ਤੁਸੀਂ ਕਹੋ ਬਹੁਤ ਜ਼ਿਆਦਾ, ਮੈਂ ਤੁਸੀਂ ਕਹੋ ਖੁਦ ਵੀ ਇਹ ਚੀਜ਼ ਦੇਖ ਚੁੱਕਿਆ, ਜਾਂ ਆਹ ਚੀਜ਼ ਅਕਸਰ ਹੀ ਦੇਖੀ ਜਾਂਦੀ ਆ ਕਿ ਲੋਕੀ ਜੋ ਹੈ ਉਹ ਆਪਣੇ ਅਕਾਊਂਟ ਆ ਜੋ ਉਹਨਾਂ ਨੂੰ ਓਪਨ ਅਸੈਸ ਮੋਡ ਤੇ ਰੱਖਦੇ ਆ। ਓਪਨ ਅਸੈਸ ਮੋਡ ਕਿਹੜਾ ਹੁੰਦਾ ਵਾ ਕਿ ਕੋਈ ਵੀ ਆ ਕੇ ਮੇਰੀ ਯਾਨੀ ਕਿ ਪਿਕਚਰ ਚੈੱਕ ਕਰ ਸਕਦਾ, ਫਰੈਂਡ ਚੈੱਕ ਕਰ ਸਕਦਾ, ਫਰੈਂਡ ਰਿਕੁਐਸਟ ਭੇਜ ਸਕਦਾ, ਸਟੇਟਸ ਦੇਖ ਸਕਦਾ, ਕਮੈਂਟ ਕਰ ਸਕਦਾ। ਇਹਨੂੰ ਕਹਿੰਦੇ ਓਪਨ ਅਸੈਸ ਮੋਡ। ਤੁਸੀਂ ਕੋ ਲੋਕਾਂ ਨੇ ਆਹ ਚੀਜ਼ਾਂ ਕਰ ਕਰਕੇ ਰੱਖੀਆਂ ਹੋਈਆਂ, ਹਾਲਾਂਕਿ ਉਹ ਜਾਣੀ ਕਿ ਪ੍ਰਾਈਵੇਸੀ ਵੀ ਲਾ ਸਕਦੇ ਆ ਜੀ, ਕਿ ਸਿਰਫ ਉਹਨਾਂ ਦੇ ਕਲੋਜ਼ ਫਰੈਂਡ ਜਾਂ ਰਿਲੇਟਿਵ ਹੀ ਉਹਨਾਂ ਤੱਕ ਪਹੁੰਚ ਸਕਣ ਸੋਸ਼ਲ ਮੀਡੀਆ ਤੇ, ਅਨਨੋਨ ਪਰਸਨ ਕੋਈ ਨਾ ਪਹੁੰਚ ਸਕੇ। ਸੋ ਇਹ ਕੁਝ ਕੁ ਕਾਰਨ ਹੈ ਜੀ। ਪਹਿਲਾ ਕਾਰਨ ਕਿ ਲੋਕ ਸਾਰੀ ਇਨਫੋਰਮੇਸ਼ਨ ਨੂੰ ਅੱਜ ਦੇ ਸਮੇਂ 'ਚ ਰਿਵੀਲ ਕਰਦੇ ਆ ਜੀ। ਦੂਸਰੇ ਨੰਬਰ ਤੇ ਲੋਕਾਂ ਨੂੰ ਨਹੀਂ ਪਤਾ ਸਿਕਿਉਰਿਟੀ ਲਾਉਣੀ ਕਿਵੇਂ ਆ। ਤੀਜੇ ਨੰਬਰ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਜੀ ਕਿ ਜੋ ਉਹ ਵੈਬਸਾਈਟ ਖੋਲ ਰਹੇ ਆ, ਜੋ ਐਪਲੀਕੇਸ਼ਨ ਨੂੰ ਚਲਾ ਰਹੇ ਆ, ਉਹ ਆਥੈਂਟਿਕ ਵੀ ਹੈਗੀ ਹੈ ਕਿ ਨਹੀਂ ਹੈਗੀ। ਆਥੈਂਟਿਕ ਦਾ ਮਤਲਬ ਰੀਅਲ। ਤੁਸੀਂ ਇੱਥੇ ਸਰਚ ਮਾਰ ਲਓ IDP ਗੂਗਲ ਤੇ, IDP ਦੇ ਰਿਲੇਟਡ ਕਮ ਸੇ ਕਮ 14 ਤੋਂ 15 ਵੈਬਸਾਈਟਾਂ ਖੁੱਲੇ ਹੋਣੀਆਂ। ਹੁਣ ਸੋਚਣ ਵਾਲੀ ਗੱਲ ਹੈ ਕਿ IDP 14 ਤੋਂ 15 ਵੈਬਸਾਈਟ ਥੋੜੀ ਬਣਾਉਗੀ। IDP ਦਾ ਇੱਕ ਸਿੰਗਲ ਵੈਬਸਾਈਟ ਹੈ ਜਸਟ ਅਫੀਸ਼ੀਅਲ ਜਿਹਨੂੰ ਕਹਿ ਦਿੰਦੇ ਹੁੰਦੇ। ਨੀਚੇ ਦੀਆਂ ਜਿਹੜੀਆਂ ਸਾਰੀਆਂ ਹੈਗੀਆਂ ਵਾ ਉਹਨਾਂ ਦੀ ਕੋਈ ਗਰੰਟੀ ਨਹੀਂ, ਉਹ IDP ਦੀਆਂ ਖੁਦ ਦੀਆਂ ਥੋੜੀ ਆ, ਉਹ ਤਾਂ ਵੈਸੇ ਕਿਸੇ ਨੇ ਬਣਾਈਆਂ ਹੋਈਆਂ ਜਾਂ ਫੇਕ ਕਹਿ ਲਓ ਉਹਨਾਂ ਨੂੰ। ਤੇ ਹੁਣ ਤੁਸੀਂ ਆਪਣਾ ਪਾਸਪੋਰਟ ਨੰਬਰ ਸਾਰਾ ਕੁਝ ਉਹਨਾਂ ਵਿੱਚ ਜਾ ਕੇ ਫਿਲ ਕਰ ਰਹੇ ਹੋ ਤਾਂ ਇਹਦਾ ਕੋਈ ਜਾਣੀ ਕਿ ਖਤਰਨਾਕ ਰਿਜ਼ਲਟ ਹੋ ਸਕਦਾ ਜੀ ਇਹਦਾ। ਤਾਂ ਆਹ ਚੀਜ਼ ਨਹੀਂ ਨਾ ਲੋਕਾਂ ਨੂੰ ਪਤਾ ਕਿ ਆਥੈਂਟਿਕ ਵੈਬਸਾਈਟ ਕਿਹੜੀ ਆ, ਫੇਕ ਵੈਬਸਾਈਟ ਕਿਹੜੀ। ਇਹ ਇੱਕ ਬਹੁਤ ਵੱਡਾ ਕਾਰਨ ਹੈ। ਸੋਲੂਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਜੀ, ਅਵੇਅਰ ਕਰੇ ਗਵਰਨਮੈਂਟ ਜੀ। ਗਵਰਨਮੈਂਟ ਕਿਉਂ ਕੰਪਨੀਜ਼ ਜਾਂ ਤਾਂ ਕੰਪਨੀਜ਼ ਜਿਹੜੀਆਂ ਹੈਗੀਆਂ ਫੇਕ ਵੈਬਸਾਈਟ, ਫੇਕ ਐਪਲੀਕੇਸ਼ਨਸ ਨੂੰ ਬੈਨ ਵਗੈਰਾ ਕਰਨ ਜੀ, ਸਮੇਂ-ਸਮੇਂ ਸਿਰ ਜਾਂਚ ਪੜਤਾਲ ਕਰਿਆ ਕਰਨ ਕਿ ਕਿਹੜੀਆਂ ਚੀਜ਼ਾਂ ਰੀਅਲ ਆ, ਜਾਂ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਲੋਕੀ ਆਪਣਾ ਡਾਟਾ ਨਾ ਰਿਵੀਲ ਕਰਿਆ ਕਰਨ ਜੀ ਸਾਰਾ। ਜੇ ਰਿਵੀਲ ਕਰਨਾ ਹੀ ਆ ਤਾਂ ਉੱਤੇ ਪ੍ਰਾਈਵੇਸੀ ਲਾ ਕੇ ਰੱਖਣ। ਆ ਇਹਦੇ ਸੋਲੂਸ਼ਨ ਹੈ ਜੀ, ਸੌਖਾ ਸੀਗਾ ਇਹ ਬਹੁਤ। ਨੈਕਸਟ ਚੱਲਦੇ ਹਾਂ ਜੀ, ਗਲੋਬਲਾਈਜੇਸ਼ਨ ਤੇ ਗਲੋਬਲ ਵਾਰਮਿੰਗ। ਇਹਨਾਂ ਵਿੱਚ ਅੰਤਰ ਦੱਸਣਾ, ਬਾਕੀ ਸਾਰਾ ਸੌਖਾ ਹੈ। ਗਲੋਬਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਤੇ ਗਲੋਬਲ ਵਾਰਮਿੰਗ, ਗਲੋਬਲ ਦਾ ਮਤਲਬ ਆਪਣੀ ਧਰਤੀ ਤੇ ਵਾਰਮ ਦਾ ਮਤਲਬ ਹੀਟ, ਗਰਮ ਹੋਣਾ, ਵਾਰਮ ਹੋਣਾ। ਯਾਨੀ ਕਿ ਧਰਤੀ ਜੋ ਵਾਰਮ ਹੋ ਰਹੀ ਆ, ਧਰਤੀ ਦਾ ਟੈਂਪਰੇਚਰ ਵੱਧ ਰਿਹਾ ਜੀ, ਉਹ ਹੁੰਦਾ ਜੀ ਗਲੋਬਲ ਵਾਰਮਿੰਗ। ਤਾਂ ਇਹ ਨਾਮ ਤੋਂ ਹੀ ਪਤਾ ਲੱਗ ਗਿਆ। ਗਲੋਬਲ ਵਾਰਮਿੰਗ ਹੁੰਦੀ ਕਿਵੇਂ ਹੈ ਜੀ? ਗਲੋਬਲ ਵਾਰਮਿੰਗ ਹੁੰਦੀ ਹੈ ਜੀ ਨੰਬਰ 1 ਤੇ ਡੀਫੋਰਸਟੇਸ਼ਨ, ਜੋ ਜੰਗਲ ਕੱਟੇ ਜਾ ਰਹੇ ਆ। ਕਿਉਂਕਿ ਜਿਹੜੇ ਟਰੀਜ਼ ਹੁੰਦੇ ਆ ਨਾ, ਟਰੀਜ਼ ਦਾ ਮੇਨ ਕੰਮ ਹੁੰਦਾ ਵਾ ਟੈਂਪਰੇਚਰ ਨੂੰ ਬੈਲੈਂਸ ਰੱਖਣਾ। ਕਿਉਂਕਿ ਟਰੀਜ਼ ਦੇਖੋ ਟਰੀਜ਼ ਆ ਬਹੁਤ ਜ਼ਿਆਦਾ ਹਰੇਵਾਈ ਆ, ਇਹਦੇ ਨਾਲ ਟੈਂਪਰੇਚਰ ਯਾਨੀ ਕਿ ਬੈਲੈਂਸ ਰਹਿੰਦਾ। ਕਿਵੇਂ ਬੈਲੈਂਸ ਰਹਿੰਦਾ? ਕਿਉਂਕਿ ਜਿਹੜੇ ਟਰੀਜ਼ ਆ ਉਹ CO2 ਕਾਰਬਨ ਡਾਈਆਕਸਾਈਡ ਹੀ ਗਲੋਬਲ ਵਾਰਮਿੰਗ ਨੂੰ ਪੈਦਾ ਕਰਦੀ ਆ। ਤੇ ਟਰੀਜ਼ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦੇ, ਆਪਣੇ ਚ ਅਬਜ਼ੌਰਬ ਕਰ ਲੈਂਦੇ।
ਗਲੋਬਲ ਵਾਰਮਿੰਗ ਵਿੱਚ ਸਭ ਤੋਂ ਵੱਡਾ ਹੱਥ ਕਿਹਦਾ ਵਾ? ਕਾਰਬਨ ਡਾਈਆਕਸਾਈਡ ਦਾ। ਕਾਰਬਨ ਡਾਈਆਕਸਾਈਡ ਹੀ ਗਲੋਬਲ ਵਾਰਮਿੰਗ ਲੈ ਕੇ ਆਉਂਦੀ ਆ। ਜਿਹੜੇ ਦਰਖਤ ਹੁੰਦੇ ਉਹ CO2 ਨੂੰ ਸੋਖ ਲੈਂਦੇ ਆ। ਹੁਣ ਜੇ ਦਰਖਤਾਂ ਨੇ CO2 ਹੀ ਸੋਖ ਲਈ ਤੇ ਫਿਰ ਗਲੋਬਲ ਵਾਰਮਿੰਗ ਤਾਂ ਆਪੇ ਘਟ ਜਾਣੀ ਆ। ਪਰ ਜਦੋਂ ਦਰਖਤ ਹੀ ਘਟਤੇ ਤੇ ਹੁਣ ਇਹ ਸੁੱਖ ਹੀ ਨਹੀਂ ਜਾਣੀ, ਹੁਣ ਇਹ ਸਾਰੀ ਕਿਹਦੇ ਵਿੱਚ এনवायरमेंट ਦੇ ਵਿੱਚ ਅਮਿਟ ਹੋਊਗੀ। ਤਾਂ ਪਹਿਲਾ ਕਾਰਨ ਹੈ ਗਲੋਬਲ ਡਿਫੋਰੈਸਟੇਸ਼ਨ। ਡਿਫੋਰੈਸਟੇਸ਼ਨ ਤੋਂ ਬਾਅਦ ਚੋ ਜੀ ਆਪਣੇ ਵਹੀਕਲਸ ਵੀ CO2 ਅਮਿਟ ਬਹੁਤ ਕਰਦੇ ਆ। ਟਰਾਂਸਪੋਰਟੇਸ਼ਨ, ਲੋਕਾਂ ਕੋਲੇ ਪ੍ਰਾਈਵੇਟ ਟਰਾਂਸਪੋਰਟੇਸ਼ਨ ਆ, CO2 ਅਮਿਟ ਹੁੰਦੀ ਆ। CO2 ਦੇ ਨਾਲ ਨਾਲ ਹੋਰ ਵੀ ਹਾਰਮਫੁਲ ਗੈਸਸ ਜਿਹੜੀਆਂ ਗਲੋਬਲ ਵਾਰਮਿੰਗ 'ਚ ਯੋਗਦਾਨ ਪਾਉਂਦੀਆਂ ਉਹ ਸਾਰੀਆਂ ਅਮਿਟ ਹੁੰਦੀਆਂ ਜੀ। ਫੈਕਟਰੀਜ਼, ਇੰਡਸਟਰੀਜ਼, ਫੈਕਟਰੀਜ਼ ਵਗੈਰਾ ਅੱਜ ਕੱਲ ਜੋ ਟੌਕਸਿਸ ਰਿਮੂਵ ਕਰਦੀਆਂ ਵਾ, ਅਮਿਟ ਕਰਦੀਆਂ ਟੌਕਸਿਸ, ਉਹਨਾਂ ਦੇ ਵਿੱਚ ਵੀ ਬੜੀਆਂ ਜ਼ਹਿਰੀਲੀਆਂ ਗੈਸਾਂ ਪਾਈਆਂ ਜਾਂਦੀਆਂ ਜਿਹੜੀਆਂ ਗਲੋਬਲ ਵਾਰਮਿੰਗ ਕਰਾਉਂਦੀਆਂ। ਸੋਲੂਸ਼ਨ ਕੀ ਹੈ ਜੀ? ਦਰਖਤ ਲਾਓ ਵੱਧ ਤੋਂ ਵੱਧ, ਲੋਕਾਂ ਨੂੰ ਜਾਣੀ ਕਿ ਪਬਲਿਕ ਟਰਾਂਸਪੋਰਟ ਲਈ ਐਨਕਰੇਜ ਕਰੋ ਤੇ ਆ ਫੈਕਟਰੀਜ਼ ਵਗੈਰਾ ਤੇ ਵੀ ਥੋੜੀ ਮੋਟੀ ਦੇਖ ਰੇਖ ਕਰੋ ਬਈ ਇਹ ਵਧੀਆ ਕੁਆਲਿਟੀ ਦਾ ਮਟੀਰੀਅਲ ਕਰ ਰਹੀਆਂ ਯੂਜ਼, ਰॉ ਮਟੀਰੀਅਲ ਵਧੀਆ ਕੁਆਲਿਟੀ ਦਾ, ਇਹ ਜੋ ਗੈਸਸ ਅਮਿਟ ਕਰ ਰਹੀਆਂ ਉਹ ਬਾਹਲੀਆਂ ਹਾਰਮਫੁਲ ਤਾਂ ਨਹੀਂ। ਗਲੋਬਲਾਈਜੇਸ਼ਨ ਦਾ ਕੀ ਮਤਲਬ ਹੁੰਦਾ? ਗਲੋਬਲਾਈਜੇਸ਼ਨ ਦਾ ਮਤਲਬ ਹੁੰਦਾ ਵਾ ਲੋਕਾਂ ਦਾ, ਦੁਨੀਆ ਦਾ ਇੱਕ ਦੂਜੇ ਦੇ ਕਲੋਜ਼ ਆਉਣਾ। ਇਹ ਗਲੋਬਲਾਈਜੇਸ਼ਨ ਹੈ ਜੀ। ਅੱਜ ਦੇ ਪੁਰਾਣਿਆਂ ਸਮੇਂ 'ਚ ਕੀ ਹੁੰਦਾ ਸੀ ਜੀ? ਪੁਰਾਣਿਆਂ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਜੋ ਇੰਡੀਆ ਦਾ ਵਿਅਕਤੀ ਹੈ ਜੀ ਉਹ ਸਿਰਫ ਆਪਣੀ ਕੰਟਰੀ ਦੇ ਵਿੱਚ ਹੀ ਹੁੰਦਾ ਸੀਗਾ ਜੀ, ਇੰਡੀਆ 'ਚ ਹੀ। ਅੱਜ ਦੇ ਸਮੇਂ 'ਚ ਕੀ ਆ? ਅੱਜ ਜਿਵੇਂ ਕੈਨੇਡਾ, USA, ਜਾਪਾਨ, ਚਾਈਨਾ, ਹਰ ਇੱਕ ਕੰਟਰੀ ਦੇ ਵਿੱਚ ਆਪਾਂ ਜਾ ਸਕਦੇ, ਉਹ ਆਪਣੀ ਕੰਟਰੀ 'ਚ ਆ ਸਕਦੇ। USA ਦਾ ਜੋ ਜਾਣੀ ਕਿ ਬ੍ਰਾਂਡ ਆ ਉਹ ਆਪਣੀ ਕੰਟਰੀ 'ਚ ਵੀ ਹੁਣ ਸੈੱਲ ਹੋ ਰਿਹਾ ਤੇ ਆਪਣੀ ਕੰਟਰੀ ਦੇ ਬ੍ਰਾਂਡ ਜਾ ਕੇ ਚਾਈਨਾ, ਜਾਪਾਨ, ਇੰਡੋਨੇਸ਼ੀਆ ਸਾਰੀਆਂ ਕੰਟਰੀਆਂ 'ਚ ਸੈੱਲ ਹੋ ਰਹੇ। ਇਹ ਗਲੋਬਲਾਈਜੇਸ਼ਨ ਹੈ ਜੀ। ਦੁਨੀਆ ਦਾ ਕਲੋਜ਼ ਹੋਣਾ, ਕਲਚਰ ਦਾ ਮਿਕਸ ਹੋਣਾ, ਇਹਨੂੰ ਕਹਿੰਦੇ ਜੀ ਗਲੋਬਲਾਈਜੇਸ਼ਨ। ਤੇ ਗਲੋਬਲਾਈਜੇਸ਼ਨ ਇਹ ਕਈ ਵਾਰੀ ਪੁੱਛ ਲੈਂਦੇ ਹੁੰਦੇ ਜੀ ਗਲੋਬਲਾਈਜੇਸ਼ਨ ਪੋਜ਼ਿਟਿਵ ਆ ਕਿ ਨੈਗੇਟਿਵ ਆ? ਤਾਂ ਕਹਿ ਦਿਓ ਜੀ ਪੋਜ਼ਿਟਿਵ ਆ। ਜੇ ਨੈਗੇਟਿਵ ਕਹਿਣਾ ਨੈਗੇਟਿਵ ਕਹਿ ਦਿਓ ਜੀ। ਐਡਵਾਂਟੇਜ, ਡਿਸਐਡਵਾਂਟੇਜ ਵੀ ਪੋਜ਼ਿਟਿਵ ਦੇ ਐਡਵਾਂਟੇਜ ਹੁੰਦੇ ਆ, ਨੈਗੇਟਿਵ ਦੇ ਡਿਸਐਡਵਾਂਟੇਜ ਹੁੰਦੇ ਆ ਜੀ। ਗਲੋਬਲਾਈਜੇਸ਼ਨ ਪੋਜ਼ਿਟਿਵ ਆ ਕਿਉਂ? ਕਿਉਂਕਿ ਦੁਨੀਆ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਲੱਗ ਗਈ ਜੀ। ਇਹਦੇ ਨਾਲ ਕੰਟਰੀਆਂ 'ਚ ਮਤਭੇਦ ਘਟਦੇ ਆ, ਜੋ ਕਨਫਲਿਕਟ ਆ ਕੰਟਰੀਆਂ ਦੇ ਵਿੱਚ, ਲੜਾਈ ਝਗੜੇ ਉਹ ਘਟਦੇ ਆ। ਲੋਕ ਨੇੜੇ ਆਉਣਗੇ ਤਾਂ ਚੰਗਾ ਸਮਝਣਗੇ ਇੱਕ ਦੂਜੇ ਨੂੰ, ਇੱਕ ਦੂਜੇ ਦਾ ਕਲਚਰ ਜਾਣਨ ਨੂੰ ਮਿਲਦਾ ਜੀ। ਡਾਇਵਰਸਿਟੀ ਐਕਸਪਲੋਰ ਹੁੰਦੀ ਇਹਦੇ ਨਾਲ, ਠੀਕ ਹੈ ਜੀ। ਤਾਂ ਇਹਦੇ ਨਾਲ ਕੀ ਕੰਟਰੀਆਂ ਦੇ ਰਿਲੇਸ਼ਨਸ਼ਿਪ ਸਟਰੋਂਗ ਹੁੰਦੇ ਆ ਜੀ, ਬਿਜ਼ਨਸ ਨੂੰ ਬੜਾਵਾ ਮਿਲਦਾ ਜੀ, ਇਕਨੋਮੀ ਵੱਧਦੀ ਹੈ ਇਹਦੇ ਨਾਲ, ਕੰਟਰੀਆਂ ਬ੍ਰਾਂਚਸ ਖੋਲਦੀਆਂ ਆਪਦੀ ਬਾਕੀ ਕੰਟਰੀਆਂ 'ਚ ਜਾ ਕੇ, ਇਦਾਂ ਬਹੁਤ ਪੁਆਇੰਟ ਆ ਇਹਦੇ। ਨੈਗੇਟਿਵ ਕੀ ਹੈ ਜੀ? ਕਲਚਰ ਡਿਸਅਪੀਅਰ ਵੀ ਹੁੰਦਾ, ਕਲਚਰ ਮਰਜ ਹੋਣ ਲੱਗ ਗਏ। ਦੋ ਤਿੰਨ ਕਲਚਰ ਨੂੰ ਮਿਲਾ ਕੇ ਇੱਕ ਯਾਨੀ ਕਿ ਮੋਨੋ ਕਲਚਰ ਬਣ ਜਾਂਦਾ। ਤਾਂ ਤੁਸੀਂ ਕਹਿੰਦੇ ਇਹਦੇ ਨਾਲ ਆਪਣੇ ਜੋ ਕਲਚਰ, ਜੋ ਟ੍ਰੈਡੀਸ਼ਨ ਹੈ ਜੀ ਉਹ ਲੋਸਟ ਹੁੰਦੇ ਆ ਜੀ। ਕਈ ਲੈਂਗੁਏਜਸ ਲੋਸਟ ਹੋ ਜਾਂਦੀਆਂ ਜੀ, ਜਿਹੜੀਆਂ ਛੋਟੀਆਂ ਲੈਂਗੁਏਜਸ ਆ ਜਿਨ੍ਹਾਂ ਦੇ ਸਪੀਕਰ ਬਹੁਤ ਘੱਟ ਆ। ਹੋਰ ਇਹਦਾ ਨੈਗੇਟਿਵ ਕੀ ਹੋ ਸਕਦਾ ਜੀ? ਇੱਕ ਤਾਂ ਹੋ ਗਿਆ ਕਿ ਜਿਹੜਾ ਕਲਚਰ ਆਪਣਾ ਜੀ, ਕਲਚਰ ਆਪਣਾ ਇਹਦੇ ਨਾਲ ਲੋਸਟ ਹੁੰਦਾ ਜੀ। ਗਲੋਬਲਾਈਜੇਸ਼ਨ ਦੇ ਨਾਲ ਖਤਰਾ ਵੀ ਹੈ ਜੀ ਇੱਕ ਹਿਸਾਬ ਦਾ। ਆ ਜਿਹੜੇ ਟੈਰਰਿਸਟ, ਆਤੰਕਵਾਦੀ, ਜਿਵੇਂ ਟੈਰਰਿਸਟ ਨੂੰ ਬੜਾਵਾ ਮਿਲ ਰਿਹਾ, ਕੰਟਰੀਆਂ ਇੱਕ ਦੂਜੇ ਨਾਲ ਆਈ ਜਾਂਦੀਆਂ, ਹੁਣ ਸਾਰੀਆਂ ਕੰਟਰੀਆਂ ਨੇ ਡੋਰ ਇੱਕ ਦੂਜੇ ਲਈ ਖੋਲੇ ਹੋਏ ਆ, ਤਾਂ ਇੱਥੇ ਕੋਈ ਹਮਲਾ ਵਗੈਰਾ ਹੋਣ ਦੀ ਸੰਭਾਵਨਾ। ਡਿਜ਼ੀਜ਼ ਜੀ, ਕਰੋਨਾ ਵਾਇਰਸ ਕਿਉਂ ਫੈਲ ਗਿਆ ਸਾਰੀ ਦੁਨੀਆ 'ਚ? ਗਲੋਬਲਾਈਜੇਸ਼ਨ ਕਰਕੇ ਜੀ। ਜੇ ਪੁਰਾਣੇ ਸਮਿਆਂ 'ਚ ਹੁੰਦਾ ਕਰੋਨਾ, ਅੱਜ ਤੋਂ 100 ਸਾਲ ਪਹਿਲਾਂ ਮੰਨ ਕੇ ਚੱਲੋ, ਫਿਰ ਇਹਨਾਂ ਥੋੜੀ ਫੈਲਣਾ ਸੀ। ਫਿਰ ਉਹ ਕੰਟਰੀ ਦੇ ਵਿੱਚ ਹੀ ਰਹਿਣਾ ਸੀ ਜਿਹੜੀ ਕੰਟਰੀ 'ਚ ਹੋਇਆ ਵਾ। ਮੰਨ ਕੇ ਲਓ ਚਾਈਨਾ ਦੇ ਵਿੱਚ ਇਹਦਾ ਜਨਮ ਹੋਇਆ ਸੀ, ਰਹਿਣਾ ਹੀ ਚਾਈਨਾ 'ਚ ਸੀ, ਕਿਉਂਕਿ ਅੱਜ ਤੋਂ 100 ਸਾਲ ਪਹਿਲਾਂ ਥੋੜੀ ਜਹਾਜ਼ ਜਾਂ ਕੋਈ ਆਪਾਂ ਕਹਿ ਦਈਏ ਚਲੋ ਜਹਾਜ਼ ਤਾਂ ਸੀਗੇ, ਇੰਨੀ ਜ਼ਿਆਦਾ ਟੂਰਿਸਟ, ਇੰਨੇ ਜ਼ਿਆਦਾ ਤੁਸੀਂ ਕਹਿ ਦਿਓ ਕਿ ਜਾਣੀ ਕਿ ਲੋਕੀ ਬਾਹਰ ਥੋੜੇ ਆਉਂਦੇ ਸੀ, ਲੋਕੀ ਤਾਂ ਤੁਰ ਕੇ ਜਾਂਦੇ ਹੁੰਦੇ ਸੀ ਇੱਕ ਦੂਸਰੇ ਦੇ ਪਿੰਡ ਸ਼ਹਿਰ ਦੇ ਵਿੱਚ, ਕੰਟਰੀ ਤਾਂ ਬਹੁਤ ਦੂਰ ਦੀ ਗੱਲ। ਤਾਂ ਇਹਦੇ ਨਾਲ ਉਨੇ ਵਾਇਰਸ, ਉਨੀਆਂ ਹੀ ਡਿਜ਼ੀਜ਼ ਸਪਰੈਡ ਹੁੰਦੀਆਂ ਜੀ। ਬੈਸਟ ਐਗਜ਼ਾਮਪਲ ਕਰੋਨਾ। ਤੁਸੀਂ ਕਹੋ ਕਰੋਨਾ ਨੂੰ ਜੇ ਇੱਕ ਜਿਹੜਾ ਕਰੋਨਾ ਦਾ ਮੇਨ ਕਾਜ਼ ਆ ਨਾ ਸਾਰੀ ਦੁਨੀਆ 'ਚ, ਸਾਰੇ ਵਰਲਡ ਵਿੱਚ ਫੈਲਣ ਦਾ, ਉਹ ਕਾਰਨ ਸੀਗਾ ਗਲੋਬਲਾਈਜੇਸ਼ਨ। ਕਿਉਂਕਿ ਇੱਕ ਬੰਦਾ ਜਿਹੜਾ ਸੁਬਾਹ ਦੇ ਟਾਈਮ ਇੰਡੀਆ ਦੇ ਵਿੱਚ ਆ, ਰਾਤ ਨੂੰ USA ਜਾ ਵੜਿਆ, ਉਦੋਂ ਨੈਕਸਟ ਡੇ ਕੈਨੇਡਾ,
ਇੰਨੀ ਜ਼ਿਆਦਾ ਧਰਤੀ ਕਲੋਜ਼ ਆ ਗਈ ਇੱਕ ਦੂਜੇ ਦੇ। ਤੁਸੀਂ ਚਾਹੋ ਤਾਂ ਬ੍ਰੇਕਫਾਸਟ ਆਪਣੀ ਕੰਟਰੀ 'ਚ ਕਰ ਸਕਦੇ ਹੋ ਇੰਡੀਆ 'ਚ, ਤੇ ਲੰਚ ਜਾ ਕੇ ਦੁਬਈ ਕਰ ਸਕਦੇ ਹੋ, 4 ਘੰਟੇ ਲੱਗਣੇ ਜਸਟ, ਤੇ ਬਾਅਦ ਚੋਂ ਦੁਬਈ ਤੋਂ ਤੁਰ ਪਿਓ ਨੈਕਸਟ ਡੇ ਵਾਲਾ ਬ੍ਰੇਕਫਾਸਟ ਜਾ ਕੇ USA 'ਚ ਕਰ ਸਕਦੇ ਹੋ, ਉਦੋਂ ਅਗਲੇ ਦਿਨ ਵਾਲਾ ਕਿਸੇ ਹੋਰ ਕੰਟਰੀ 'ਚ। ਤਾਂ ਨੋ ਮੈਟਰ ਕਿ ਆਪਣੀ ਧਰਤੀ ਕਿੱਡੀ ਕਾ, ਗਲੋਬਲਾਈਜੇਸ਼ਨ ਬਹੁਤ ਜ਼ਿਆਦਾ ਹੋ ਗਈ। ਤਾਂ ਇਹ ਆਪਣੇ ਕੁਝ ਦੇ ਨੈਗੇਟਿਵ ਪੁਆਇੰਟ ਹੋ ਗਏ। ਅੱਗੇ ਚੱਲਦੇ ਜੀ, ਟੂਰਿਸਟ ਟੈਰਰਿਸਟ ਦੇ ਵਿੱਚ ਫਰਕ ਦੱਸਣਾ ਸੌਖਾ ਬਹੁਤ ਹੈ। ਟੂਰਿਸਟ ਤੁਹਾਨੂੰ ਪਤਾ ਜੀ, ਜੋ ਟੂਰ ਕਰਦੇ ਹੁੰਦੇ ਆ, ਟੂਰਿਸਟ ਵਰਡ ਹੀ ਟੂਰ ਤੋਂ ਪਿਆ ਜੀ। ਟੂਰ ਕਰਨ ਵਾਲਾ ਕੌਣ ਹੁੰਦਾ ਜੀ? ਟੂਰਿਸਟ। ਹੁਣ ਤੁਹਾਨੂੰ ਪਤਾ ਲੱਗ ਗਿਆ, ਆਪਾਂ ਟੂਰਿਸਟ ਹੁੰਨੇ ਕੈਨੇਡਾ ਜਾਵੜੇ, USA ਜਾਂ ਕਿਤੇ ਵੀ ਟੂਰਿਸਟ। ਤਾਂ ਟੂਰਿਸਟ ਦੇ ਪੋਜ਼ਿਟਿਵ ਨੈਗੇਟਿਵ ਸਾਰਾ ਪਤਾ ਤੁਹਾਨੂੰ, ਇਹ ਤਾਂ ਬਹੁਤ ਸੌਖੀਆਂ ਚੀਜ਼ਾਂ ਜੀ। ਇਕਨੋਮੀ ਵੱਧਦੀ ਆ, ਕਲਚਰ ਸਪਰੈਡ ਹੁੰਦਾ ਵਾ, ਦੁਨੀਆ ਕਲੋਜ਼ ਹੁੰਦੀ ਆ, ਗਲੋਬਲਾਈਜੇਸ਼ਨ ਦੇ ਫਾਇਦੇ ਸੀ ਜਮਾਂ। ਤੇ ਜੇ ਤੁਸੀਂ ਹੁਣ ਸਿਆਣੇ ਹੋ, ਤੁਹਾਨੂੰ ਪਤਾ ਲੱਗ ਜੂ ਕਿ ਸਰ ਟੂਰਿਸਟ ਤੇ ਗਲੋਬਲਾਈਜੇਸ਼ਨ ਅਪ ਟੂ ਸਮ ਐਕਸਟੈਂਟ ਸੇਮ ਚੀਜ਼ ਹੀ ਹੁੰਦੀ ਆ, ਕਿਉਂਕਿ ਜੋ ਫਾਇਦੇ ਗਲੋਬਲਾਈਜੇਸ਼ਨ ਸੀਗੇ ਸੇਮ ਫਾਇਦੇ ਟੂਰਿਸਟ ਸੀਗੇ, ਤੇ ਜੋ ਘਾਟੇ ਗਲੋਬਲਾਈਜੇਸ਼ਨ ਦੇ ਆ ਸੇਮ ਹੀ ਟੂਰਿਸਟ ਦੇ ਆ ਜੀ। ਟੂਰਿਸਟ ਦੇ ਜਾਣ ਆਉਣ ਨਾਲ ਹੀ ਕਰੋਨਾ ਫੈਲਿਆ ਨਾ, ਡਿਜ਼ੀਜ਼ ਹੋ ਗਈਆਂ, ਵਾਇਰਸ ਹੋ ਗਏ, ਕਲਚਰ ਡਿਸਅਪੀਅਰ ਹੁੰਦਾ ਵਾ। ਟੈਰਰਿਸਟ, ਟੂਰਿਸਟ ਤੇ ਟੈਰਰਿਸਟ ਦੋਨੇ ਇੱਕੋ ਜਿਹੀਆਂ ਟਰਮਾਂ ਲੱਗਦੀਆਂ, ਤਾਂ ਕਰਕੇ ਮੈਂ ਇੱਥੇ ਲਿਖੀਆਂ। ਟੂਰਿਸਟ ਤੁਹਾਨੂੰ ਪਤਾ ਲੱਗਿਆ ਕੀ ਹੈ? ਟੈਰਰਿਸਟ ਆਤੰਕਵਾਦੀ ਜੀ, ਟੈਰਰਿਸਟ ਟੈਰਰਿਸਟ। ਤਾਂ ਟੈਰਰਿਸਟ ਤੇ ਵੈਸੇ ਅੱਜ ਤੱਕ ਟਾਸਕ ਨੂੰ ਛੇਤੀ ਪਾਇਆ ਨਹੀਂ ਉਹਨਾਂ ਨੇ, ਬਟ ਮੈਂ ਕਿਉਂ ਲਿਖਾਇਆ? ਕਿਉਂਕਿ ਨਾਮ ਸੇਮ ਆ ਜੀ। ਤੁਹਾਨੂੰ ਟੈਰਰਿਸਟ ਲਿਖਿਆ ਪਿਆ ਹੋਵੇ, ਤੁਸੀਂ ਉਹਨੂੰ ਦੇਖੇ ਨੂੰ ਅਣਦੇਖਾ ਕਰਕੇ ਸਾਰਾ ਟੂਰਿਸਟ ਉੱਪਰ ਚਾਪਿਆ, ਤਾਂ ਕਰਕੇ ਮੈਂ ਤੁਹਾਨੂੰ ਕਿਹਾ ਕਿ ਟੈਰਰਿਸਟ ਹੋਰ ਚੀਜ਼ ਆ, ਆਤੰਕਵਾਦ। ਇਹ ਚੀਜ਼ ਨੂੰ ਬੜਾਵਾ ਵੈਸੇ ਇਹ ਪੁੱਛਦੇ ਨਹੀਂ, ਅੱਜ ਤੱਕ ਨਹੀਂ ਪੁੱਛਿਆ, ਪਰ ਚਲੋ ਜੇ ਪੁੱਛ ਵੀ ਲਿਆ, ਕਿਉਂਕਿ ਇਹਦੇ ਤੇ ਐਸੇ ਕੋਈ ਉਹਦੇ ਨਾਲ ਸਿੱਧਾ ਨਹੀਂ ਬਣਦਾ। ਦੇਖੋ ਐਡਵਾਂਟੇਜ ਡਿਸਐਡਵਾਂਟੇਜ ਤਾਂ ਜਮਾ ਹੀ ਨਹੀਂ ਪੁੱਛ ਸਕਦੇ, ਪਾਗਲ ਥੋੜੀ ਹੋ। ਟੂਰਿਸਟ ਟੈਰਰਿਸਟ ਦੇ ਕੀ ਕਹਿਣਗੇ ਜੀ? ਕਾਰਨ ਪੁੱਛ ਸਕਦੇ ਆ ਜੀ, ਟੈਰਰਿਸਟ ਦੇ ਕਾਰਨ ਕੀ ਹੈ ਜੀ? ਤੇ ਕਾਰਨ ਇਹਦੇ ਹੋ ਸਕਦੇ ਆ ਜੀ ਬਹੁਤ, ਗਲੋਬਲਾਈਜੇਸ਼ਨ ਕਾਰਨ ਆ ਜੀ, ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਜੀ। ਇਹਨਾਂ ਨੂੰ ਵੱਖਰੀ ਨਿਗਾਹ ਤੋਂ ਵੇਖੋਗੇ ਔਖੀ ਲੱਗੂਗੀ ਇਹ ਚੀਜ਼, ਇਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਪੜ੍ਹਨਾ ਸਿੱਖ ਜਾਓਗੇ, ਸੌਖੀ ਲੱਗੂਗੀ। ਟੂਰਿਸਟ ਦਾ ਮੇਨ ਕਾਰਨ ਕੀ ਆ? ਗਲੋਬਲਾਈਜੇਸ਼ਨ। ਦੁਨੀਆ ਕਲੋਜ਼ ਆਈ ਜਾਂਦੀ ਹੈ, ਵਿੱਚ ਉਹਦੇ ਟੂਰਿਸਟ ਵੀ ਕਲੋਜ਼ ਆ ਜਾਂਦੇ ਆ ਜੀ। ਸੌਰੀ, ਟੈਰਰਿਸਟ, ਦੇਖੋ ਬੋਲਣ 'ਚ ਵੀ ਭੁਲੇਖਾ ਪੈ ਜਾਂਦਾ। ਦੁਨੀਆ ਕਲੋਜ਼ ਆਉਂਦੀ ਹੈ, ਟੈਰਰਿਸਟ ਵੀ ਕਲੋਜ਼ ਆ ਜਾਂਦੇ ਆ। ਕਿਸੇ ਕੰਟਰੀ 'ਚ 100 ਬੰਦਾ ਆਇਆ, ਉਹਦੇ ਵਿੱਚ 2 ਟੈਰਰਿਸਟ ਵੀ ਤਾਂ ਹੋ ਸਕਦੇ ਆ ਨਾ। 98 ਆਥੈਂਟਿਕ ਲੋਕ ਹੋਣਗੇ, ਟੂਰਿਸਟ ਹੋਣਗੇ, 2 ਟੈਰਰਿਸਟ ਵੀ ਤਾਂ ਹੋ ਸਕਦੇ ਆ ਨਾ ਉਹਦੇ 'ਚ। ਤਾਂ ਜੀ ਗਲੋਬਲਾਈਜੇਸ਼ਨ ਸਭ ਤੋਂ ਵੱਡਾ ਕਾਰਨ ਟੈਰਰਿਸਟ ਦੇ ਵਿੱਚ। ਕੰਟਰੀਆਂ ਦੀ ਸਿਕਿਉਰਿਟੀ, ਬਾਰਡਰ ਤੇ ਸਿਕਿਉਰਿਟੀ ਕਈਆਂ ਦੇ ਨਹੀਂ ਹੈਗੀ, ਉਹ ਸਭ ਤੋਂ ਵੱਡਾ ਕਾਰਨ ਹੈ ਟੈਰਰਿਸਟ ਦਾ। ਕਈਆਂ ਕੰਟਰੀਆਂ ਦਾ ਵੀਕ ਪੁਆਇੰਟ ਹੁੰਦਾ, ਜਿਵੇਂ ਆਪਣੇ ਇੰਡੀਆ ਦਾ। ਆਪਣੇ ਜਿੰਨੇ ਵੀ ਟੈਰਰਿਸਟ ਵਗੈਰਾ ਦੀ ਐਂਟਰੀ ਅੱਜ ਤੱਕ ਰਹੀ ਆ, ਉਹ ਪਹਾੜੀ ਇਲਾਕੇ 'ਚ ਜ਼ਿਆਦਾ ਰਹੀ ਆ, ਹਿਮਾਲਿਆ ਵੱਲੋਂ ਜ਼ਿਆਦਾ ਰਹੀ ਆ। ਜੇ ਬਾਈ ਚਾਂਸ ਹਿਮਾਲਿਆ ਵੱਲੋਂ ਉਹ ਚੀਜ਼ ਨਾ ਹੁੰਦੀ, ਤਾਂ ਆਪਣੀ ਕੰਟਰੀ 'ਚ ਛੇਤੀ ਟੈਰਰਿਸਟ ਐਂਟਰ ਹੋ ਹੀ ਨਹੀਂ ਸਕਦਾ ਸੀਗਾ, ਕਿਉਂਕਿ ਇੰਡੀਆ ਦੇ ਵਿੱਚ ਐਂਟਰ ਹੋਣ ਦਾ ਇੱਕ ਹੀ ਰਸਤਾ ਹਿਮਾਲਿਆ ਵੱਲੋਂ, ਜਿਹੜਾ ਆਪਾਂ ਕਹਿੰਦੇ ਯਾਨੀ ਕਿ ਪਹਾੜੀਆਂ ਵੱਲੋਂ। ਤਾਂ ਕਿਸੇ ਕੰਟਰੀ ਦਾ ਕੋਈ ਇਦਾਂ ਦਾ ਵੀਕ ਪੁਆਇੰਟ ਹੋ ਸਕਦਾ, ਜਿਹੜੇ ਡੋਰ ਦੇ ਰਾਹੀਂ ਉਹ ਐਂਟਰ ਕਰ ਸਕਦੇ ਆ ਜੀ। ਰਸਤੇ ਕੀ ਹੈ ਜੀ? ਉਹੀ ਹੈ ਜੀ। ਹੁਣ ਜੇ ਆਪਣੇ ਆਪ ਨੂੰ, ਆਪਣੀ ਕੰਟਰੀ ਨੂੰ ਪਤਾ ਲੱਗ ਗਿਆ ਕਿ ਉਧਰੋਂ ਐਂਟਰੀ ਉਹਨਾਂ ਦੀ ਹੁੰਦੀ ਹੈ, ਤੇ ਆਪਣੇ ਹੁਣ ਜ਼ਿਆਦਾਤਰ ਫੌਜ ਵੀ ਉੱਥੇ ਹੀ ਹੁੰਦੀ ਆ, ਠੀਕ ਹੈ ਜੀ। ਆਪਣੀ ਸਿਕਿਉਰਿਟੀ ਨੂੰ ਵਧਾ ਸਕਦੀ ਹੈ ਇੱਕ ਕੰਟਰੀ ਜੀ। ਜਦੋਂ ਕਿਸੇ ਨੂੰ ਵੀਜ਼ਾ ਵਗੈਰਾ ਦੇਣਾ ਵਾ, ਜਾਂ ਕਿਸੇ ਵੀ, ਉਹ ਪੂਰੀ ਜਾਂਚ ਪੜਤਾਲ ਹੋ ਸਕਦੀ ਹੈ ਜੀ ਉਹਦੀ, ਕਿਉਂਕਿ ਟੈਰਰਿਸਟ ਕਈ ਵਾਰੀ ਇੱਕ ਨੰਬਰ ਦੇ ਵਿੱਚ ਵੀ ਤਾਂ ਜਾਣੀ ਕਿ ਹੋ ਹੀ ਸਕਦੇ ਨਾ ਐਂਟਰ। ਜੇ ਉਹਨਾਂ ਨੇ ਪਹਾੜੀਆਂ ਨਹੀਂ ਚੁਣਨੀਆਂ, ਤਾਂ ਉਹਨਾਂ ਕੋਲ ਇੱਕ ਸਿੱਧਾ ਰਸਤਾ ਤਾਂ ਹੈਗਾ ਨਾ, ਫੇਕ ਪਾਸਪੋਰਟ ਬਣਾ ਕੇ, ਆਇਡੈਂਟੀਟੀ ਚੇਂਜ ਕਰਕੇ। ਤਾਂ ਇੱਥੇ ਸਿਕਿਉਰਿਟੀ ਕਿਵੇਂ ਚੇਂਜ ਕਰਨੀ ਪੈਣੀ? ਐਮਬੈਸੀ, ਜਾਂ ਜਦੋਂ ਕਿਸੇ ਦਾ ਵੀਜ਼ਾ ਦਿੱਤਾ ਜਾ ਰਿਹਾ, ਪੂਰੀ ਉਹਦੀ ਬੈਕਗਰਾਉਂਡ ਸਾਰਾ ਕੁਝ ਪਤਾ, ਇਹ ਚੀਜ਼ ਜੀ। ਇਹਦਾ ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਜੇ ਕੋਈ ਬੰਦਾ ਬਾਹਰ ਜਾ ਰਿਹਾ ਵਾ, ਉਹਦੇ ਤੇ ਕੋਈ ਰਿਪੋਰਟ ਵਗੈਰਾ ਕਿਉਂ ਚੈੱਕ ਕਰਦੇ ਆ? ਜਿਹੜੀ ਕੰਟਰੀ ਤੁਸੀਂ ਜਾ ਰਹੇ ਹੋ, ਉਹ ਕੰਟਰੀ ਕ੍ਰਿਮੀਨਲ
ਬੈਕਗਰਾਉਂਡ ਦੇਖਦੀ ਆ। ਤੁਸੀਂ ਸਵੇਰ ਨੂੰ ਸਟੱਡੀ ਵੀਜ਼ਾ ਲਾਓਗੇ, ਤੁਹਾਡਾ ਵੀ ਕ੍ਰਿਮੀਨਲ ਬੈਕਗਰਾਉਂਡ ਚੈੱਕ ਹੋਊਗਾ। ਤੁਹਾਡੇ ਸਿਟੀ ਦੇ ਥਾਣੇ ਵਿੱਚੋਂ ਪੁੱਛਿਆ ਜਾਊਗਾ ਕਿ ਇਹਦੇ ਤੇ ਕੋਈ ਰਿਪੋਰਟ ਜਾਂ ਕੋਈ ਪਾਸਟ ਵਿੱਚ ਕੋਈ ਚੀਜ਼ ਇਦਾਂ ਦੀ, ਕਿਉਂਕਿ ਕੋਈ ਵੀ ਕੰਟਰੀ ਇੱਕ ਮਰਡਰ ਨੂੰ ਥੋੜੀ ਵੀਜ਼ਾ ਦੇਊਗੀ। ਜਿਹਨੇ ਮਰਡਰ ਕੀਤੇ ਪਾਸਟ ਦੇ ਵਿੱਚ, ਜਿਹੜਾ ਜੇਲ੍ਹ ਜਾ ਕੇ ਆਇਆ, ਸਿੱਧੀ ਫਾਈਲ ਰਿਜੈਕਟ ਹੋ ਜਾਂਦੀ ਹੈ। ਕੰਟਰੀਆਂ ਨੂੰ ਬੰਦਿਆਂ ਦੀ ਘਾਟ ਨਹੀਂ, ਬਟ ਉਹ ਕ੍ਰਿਮੀਨਲ ਨੂੰ ਬੜਾਵਾ ਨਹੀਂ ਦੇਣਾ ਚਾਹੁੰਦੀ। ਅੱਗੇ ਚੱਲਦੇ ਡਿਸਟੈਂਸ ਲਰਨਿੰਗ ਤੇ ਜੀ। ਡਿਸਟੈਂਸ ਲਰਨਿੰਗ ਕੀ ਹੁੰਦੀ ਹੈ ਜੀ? ਨੈਚੁਰਲ ਜੀ ਗੱਲ, ਡਿਸਟੈਂਸ ਦਾ ਮਤਲਬ ਕੀ ਹੁੰਦਾ ਜੀ? ਕਾਫੀ ਜ਼ਿਆਦਾ ਫਾਸਲਾ, 70 ਕਿਲੋਮੀਟਰ ਦਾ ਹੋ ਸਕਦਾ, 100 ਕਿਲੋਮੀਟਰ ਦਾ ਹੋ ਸਕਦਾ, ਹੋਰ ਨੂੰ 2 ਕਿਲੋਮੀਟਰ ਦਾ ਵੀ ਹੋ ਸਕਦਾ ਜੀ। ਡਿਸਟੈਂਸ ਤੇ ਬਹਿ ਕੇ ਲਰਨ ਕਰਨਾ ਇਜ਼ ਕਾਲਡ ਡਿਸਟੈਂਸ ਲਰਨਿੰਗ। ਦੂਰ ਬਹਿ ਕੇ ਪੜ੍ਹਨਾ ਜੀ। ਤੁਹਾਡਾ ਕਾਲਜ ਦਿੱਲੀ ਦੇ ਵਿੱਚ ਆ, ਤੁਸੀਂ ਆਪਣੇ ਹੋਮ ਟਾਊਨ ਚ ਉੱਥੇ ਗਏ ਬਿਨਾਂ ਪੜ੍ਹ ਰਹੇ ਹੋ, ਆਨਲਾਈਨ ਕਲਾਸਾਂ ਲਾ ਕੇ, ਦੈਟਸ ਡਿਸਟੈਂਸ ਲਰਨਿੰਗ। ਇੱਕ ਤਰ੍ਹਾਂ ਦਾ ਕਹਿ ਸਕਦੇ ਹੋ ਕਿ ਆਨਲਾਈਨ ਕਲਾਸਿਸ ਹੀ ਸਮਝ ਸਕਦੇ ਹੋ। ਐਗਜ਼ਾਮ ਜਾ ਕੇ ਦੇ ਕੇ ਆਉਣੇ ਹੁੰਦੇ ਬਸ। ਇੰਡੀਆ ਦੇ ਵਿੱਚ ਪਹਿਲੀ ਵਾਰੀ ਡਿਸਟੈਂਸ ਲਰਨਿੰਗ ਨੂੰ ਕੌਣ ਲੈ ਕੇ ਆਇਆ ਸੀਗਾ? LPU, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। ਇਹਨੇ ਬੜਾਵਾ ਦਿੱਤਾ ਸੀ ਆਪਣੀ ਕੰਟਰੀ ਚ ਡਿਸਟੈਂਸ ਲਰਨਿੰਗ ਨੂੰ। ਉਦੋਂ ਪਹਿਲਾਂ ਡਿਸਟੈਂਸ ਲਰਨਿੰਗ ਬੜੀ ਔਖੀ ਹੁੰਦੀ ਸੀ, ਫੇਸ ਟੂ ਫੇਸ ਕਲਾਸਿਸ ਹੁੰਦੀਆਂ ਸੀ ਹਮੇਸ਼ਾ, ਸਾਰੇ ਕਾਲਜਸ, ਸਾਰੇ ਯੂਨੀਵਰਸਿਟੀ। ਸੋ ਡਿਸਟੈਂਸ ਲਰਨਿੰਗ ਦੇ ਫਾਇਦੇ ਨੁਕਸਾਨ ਪੁੱਛਣਗੇ ਜੀ। ਵੈਰੀ ਸਿੰਪਲ ਹੈ ਜੀ। ਘਰੇ ਬਹਿ ਕੇ ਤੁਸੀਂ ਪੜ੍ਹ ਰਹੇ ਹੋ ਤਾਂ ਉਹਦੇ ਫਾਇਦੇ ਕੀ ਹੈ ਜੀ? ਕਿਤੇ ਆਉਣਾ ਜਾਣਾ ਨਹੀਂ ਪੈਂਦਾ, ਫਾਲਤੂ ਪੈਸੇ ਨਹੀਂ ਸਪੈਂਡ ਹੁੰਦੇ, ਫਿਰ ਪੜ੍ਹਨ ਦਾ ਟਾਈਮ ਜ਼ਿਆਦਾ ਮਿਲ ਜਾਂਦਾ ਵਾ, ਸਾਰੇ ਫਾਇਦੇ ਜੀ। ਨੈਗੇਟਿਵ ਪੁਆਇੰਟ ਕੀ ਹੈ ਜੀ? ਫੇਸ ਟੂ ਫੇਸ ਇੰਟਰੈਕਸ਼ਨ ਨਹੀਂ ਹੋ ਪਾਉਂਦੀ, ਕਈ ਸਕਿੱਲਸ ਬੰਦਾ ਨਹੀਂ ਸਿੱਖ ਸਕਦਾ, ਜਿਵੇਂ ਆਪੋਜ਼ਿਟ ਜੈਂਡਰ ਨਾਲ ਕਿਵੇਂ ਗੱਲ ਕਰਨੀ, ਸੋਸਾਇਟੀ 'ਚ ਕਿਵੇਂ ਰਹਿਣਾ, ਕਿਵੇਂ ਕਿਸੇ ਸਾਹਮਣੇ ਬਿਹੇਵ ਕਰਨਾ, ਇਹ ਸਾਰੀਆਂ ਚੀਜ਼ਾਂ ਫਿਰ ਨਹੀਂ ਸਿੱਖੀਆਂ ਜਾਂਦੀਆਂ। ਕਿਉਂਕਿ ਇਹ ਸਾਰੀਆਂ ਚੀਜ਼ਾਂ ਕਿੱਥੇ ਸਿੱਖੀਆਂ ਜਾਂਦੀਆਂ? ਜਦੋਂ ਕਾਲਜ ਜਾਂਦੇ ਆ ਉੱਥੋਂ ਪਤਾ ਲੱਗਦੀਆਂ ਸਾਰੀਆਂ ਚੀਜ਼ਾਂ। ਕਿਸੇ ਨਾਲ ਬੋਲਣਾ ਕਿਵੇਂ ਆ, ਰਹਿਣਾ ਕਿਵੇਂ ਆ, ਕੋਆਪਰੇਟ ਕਿਵੇਂ ਕਰਨਾ, ਹੈਲਪ ਕਿਵੇਂ ਕਰਨੀ, ਇਹ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਜੇ ਤੁਸੀਂ ਕਿਸੇ ਨਾਲ ਜਾ ਕੇ ਕਲਾਸ, ਕਾਲਜ ਵਗੈਰਾ, ਸਕੂਲ ਵਗੈਰਾ ਜਾਓਗੇ ਡੇਲੀ ਬੇਸਿਸ ਤੇ। ਤਾਂ ਅੱਗੇ ਆਪਣੇ ਕੋਲੇ ਜੀ, ਹਾਂਜੀ, ਵਿਰਚੁਅਲ ਕਲਾਸਿਸ। ਵਿਰਚੁਅਲ ਕਲਾਸਿਸ ਦਾ ਮਤਲਬ ਆਨਲਾਈਨ ਕਲਾਸਿਸ ਜੀ। ਤਾਂ ਇਹ ਤਾਂ ਹੁਣ ਉੱਪਰਲਾ ਹੀ ਬਣ ਗਿਆ ਜੀ ਸੇਮ, ਇਹਦੇ ਬਾਰੇ ਆਪਾਂ ਨੂੰ ਜ਼ਿਆਦਾ ਨਹੀਂ। ਵਿਰਚੁਅਲ ਫਰੈਂਡਸ ਕਿਹੜੇ ਹੁੰਦੇ ਆ? ਫਰੈਂਡਸ ਦੋ ਤਰ੍ਹਾਂ ਦੇ ਹੁੰਦੇ ਜੀ। ਇੱਕ ਹੁੰਦੇ ਵਿਰਚੁਅਲ ਫਰੈਂਡਸ। ਵਿਰਚੁਅਲ ਫਰੈਂਡਸ ਕਿਹੜੇ ਹੁੰਦੇ? ਜਿਹੜੇ ਤੁਸੀਂ ਸੋਸ਼ਲ ਮੀਡੀਆ ਤੋਂ ਬਣਾਏ ਹੁੰਦੇ ਆ, ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਦੇਖਿਆ ਨਹੀਂ ਹੁੰਦਾ, ਮਿਲੇ ਨਹੀਂ ਹੁੰਦੇ, ਉਹ ਹੁੰਦੇ ਵਿਰਚੁਅਲ ਫਰੈਂਡਸ। ਵਿਰਚੁਅਲ ਕਲਾਸਿਸ ਕਿਹੜੀਆਂ ਜੀ? ਜਿਹੜੀਆਂ ਤੁਸੀਂ ਘਰੇ ਬਹਿ ਕੇ ਲਾ ਰਹੇ ਹੋ, ਯਾਨੀ ਕਿ ਜਿਹੜੀ ਚੀਜ਼ ਟ੍ਰੈਡੀਸ਼ਨਲ ਨਾ ਹੋਵੇ, ਉਹ ਤੋਂ ਉਲਟ ਹੋਵੇ। ਟ੍ਰੈਡੀਸ਼ਨਲ ਕਲਾਸਿਸ ਕਿਹੜੀਆਂ? ਫੇਸ ਟੂ ਫੇਸ ਕਲਾਸਿਸ। ਵਿਰਚੁਅਲ ਫਰੈਂਡ ਕਿਹੜੇ? ਜਿਹੜੇ ਸੋਸ਼ਲ ਮੀਡੀਆ ਤੇ ਬਣਾਏ ਹੋਏ ਫਰੈਂਡ ਹੈ ਜੀ। ਤਾਂ ਵਿਰਚੁਅਲ ਫਰੈਂਡਸ ਹੋਣੇ ਚਾਹੀਦੇ ਆ, ਨਹੀਂ ਹੋਣੇ ਚਾਹੀਦੇ, ਇਹਦੇ ਐਡਵਾਂਟੇਜ ਕੀ ਹੈ, ਡਿਸਐਡਵਾਂਟੇਜ? ਇਦਾਂ ਦਾ ਤਾਂ ਨਹੀਂ ਵੈਸੇ ਪੁੱਛਦੇ ਕਿ ਡਿਸਐਡਵਾਂਟੇਜ, ਐਡਵਾਂਟੇਜ ਡਿਸਐਡਵਾਂਟੇਜ ਵਾਲਾ ਨਹੀਂ ਹੁੰਦਾ, ਪੁੱਛਣ ਨੂੰ ਪੁੱਛ ਵੀ ਸਕਦੇ ਆ ਜੀ ਕਿ ਵਿਰਚੁਅਲ ਫਰੈਂਡ ਦੇ ਨੈਗੇਟਿਵ ਪੁਆਇੰਟ ਕੀ ਹੈ ਜੀ? ਸਾਈਬਰ ਕ੍ਰਾਈਮ। ਆਪਾਂ ਕਿਹੜਾ ਉਹਨੂੰ ਦੇਖਿਆ ਅੱਜ ਤੱਕ ਜੋ ਅਕਾਊਂਟ ਹੀ ਹੈਕ ਕਰ ਲਵੇ ਬੰਦੇ ਦਾ। ਤਾਂ ਵਿਰਚੁਅਲ ਫਰੈਂਡਸ, ਸਾਈਬਰ ਕ੍ਰਾਈਮ। ਸਮਝ ਲੱਗ ਗਈ ਜੀ? ਆਪਾਂ ਨੂੰ ਪਤਾ ਨਹੀਂ ਹੁੰਦਾ, ਉਹ ਪਰਸਨ ਅਨਨੋਨ ਆ। ਅਨਨੋਨ ਦਾ ਮਤਲਬ ਆਪਾਂ ਨੂੰ ਕੁਝ ਨਹੀਂ ਪਤਾ ਉਹ ਕੌਣ ਆ, ਹੋ ਸਕਦਾ ਉਹ ਕ੍ਰਿਮੀਨਲ ਹੋਵੇ ਜਿਹਦੇ ਨਾਲ ਆਪਾਂ ਚੈਟ ਕਰ ਰਹੇ ਹਾਂ ਡੇਲੀ ਬੇਸਿਸ ਤੇ। ਤਾਂ ਆ ਇਹਦੇ ਕੁਝ ਇੱਕ ਡਰਾਬੈਕ ਆ। ਐਡਵਾਂਟੇਜ ਨਹੀਂ ਮੈਨੂੰ ਲੱਗਦਾ ਕਿ ਉਹ ਪੁੱਛਣਗੇ ਜੀ, ਹੋਰ ਤਰੀਕੇ ਨਾਲ ਐਸੇ ਪਾ ਸਕਦੇ ਕਿ ਲੋਕੀ ਵਿਰਚੁਅਲ ਫਰੈਂਡਸ ਦੇ ਨਾਲ ਅੱਜ ਕੱਲ੍ਹ ਚੈਟ ਕਰਦੇ ਆ ਜ਼ਿਆਦਾ। ਕਿਉਂ ਕਰਦੇ ਆ ਜੀ? ਕਾਰਨ ਕੀ ਆ? ਕਹਿ ਦਿਓ ਲੋਕਾਂ ਨੂੰ ਨਿਊ ਫਰੈਂਡ ਬਣਾਉਣੇ ਪਸੰਦ ਹੁੰਦੇ ਆ ਜੀ। ਕਈਆਂ ਲੋਕਾਂ ਨੂੰ ਆਪਣੀ ਕੰਟਰੀ ਤੋਂ ਬਾਹਰ ਫਰੈਂਡ ਬਣਾਉਣੇ ਪਸੰਦ ਹੁੰਦੇ ਆ ਤਾਂ ਕਿ ਲੋਕੀ ਉਹਨਾਂ ਦੇ ਕਲਚਰ ਬਾਰੇ ਜਾਣ ਸਕਣ ਜੀ। ਕਈ ਬੰਦੇ ਨੂੰ ਹੁੰਦਾ ਕਿ ਮੈਂ ਕਿਸੇ ਹੋਰ ਕੰਟਰੀ ਦੇ ਫਰੈਂਡਸ ਹੋਣ, ਮੇਰੇ USA ਤੋਂ ਫਰੈਂਡਸ ਹੋਣ, ਜਾਪਾਨ ਤੋਂ ਫਰੈਂਡਸ ਹੋਣ। ਤਾਂ ਉਹਦਾ ਮੇਨ ਮੋਟਿਵ ਕੀ ਹੋਊਗਾ? ਵੀ ਉਹਨੂੰ ਆਪਣੀ ਕੰਟਰੀ ਦੇ ਲੋਕਾਂ ਨਾਲ ਗੱਲ ਕਰੂਗਾ ਤਾਂ ਕੋਈ ਨਵੀਂ ਚੀਜ਼ ਥੋੜੀ ਇਹਦੇ ਚ। ਜੇ ਕਿਸੇ ਕੰਟਰੀ ਦੇ ਲੋਕਾਂ ਨਾਲ ਗੱਲ ਕਰੂਗਾ ਤਾਂ ਉਹਨੂੰ ਪਤਾ ਲੱਗਦਾ ਰਹੂਗਾ ਵੀ ਉਹ ਲੋਕੀ ਕਿਵੇਂ ਸੋਚਦੇ ਆ, ਕੀ ਕਰਦੇ ਆ, ਕਿੱਦਾਂ ਦਾ ਲਾਈਫ ਸਟਾਈਲ ਆ। ਇਹ ਕਾਰਨ ਹੋ ਸਕਦੇ ਆ ਜੀ। ਡਿਸਐਡਵਾਂਟੇਜ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ ਜੀ। ਸੋਲਰ ਐਨਰਜੀ। ਸੋਲਰ ਦਾ ਮਤਲਬ, ਸੋਲਰ ਐਨਰਜੀ ਦਾ ਮਤਲਬ ਉਹ ਐਨਰਜੀ ਜਿਹੜੀ ਆਪਣੀ ਸੋਲਰ ਸਿਸਟਮ ਤੋਂ ਪੈਦਾ ਕੀਤੀ ਜਾਂਦੀ ਹੈ ਜੀ। ਤੇ ਸੋਲਰ ਦੇ ਵਿੱਚ ਆਪਣੇ ਐਨਰਜੀ ਦਾ ਵੈਸੇ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਉਹ ਸਨ ਹੀ ਹੈ ਜੀ। ਆਪਣੇ ਸੋਲਰ ਸਿਸਟਮ ਦੇ ਵਿੱਚ ਐਨਰਜੀ ਇੱਕ ਹੀ ਚੀਜ਼ ਦੇ ਕੋਲੇ ਆ, ਬਾਕੀ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਉਹਦੇ ਤੇ, ਚਾਹੇ ਮੂਨ ਆ, ਚਾਹੇ ਮੰਗਲ ਗ੍ਰਹਿ ਆ, ਚਾਹੇ ਧਰਤੀ ਆ, ਜੋ ਵੀ ਮਰਜ਼ੀ।
ਆਪਣੇ ਸੋਲਰ ਸਿਸਟਮ ਦੇ ਵਿੱਚ ਇੱਕ ਹੀ ਚੀਜ਼ ਕੋਲੇ એનર્ਜੀ ਹੈ ਜੀ, ਮੇਨ એનર્ਜੀ ਉਹ ਹੈਗੀ ਆ ਸਨ ਕੋਲੇ। ਇਹਦਾ ਮਤਲਬ ਸੋਲਰ એનર્ਜੀ ਦਾ ਮਤਲਬ ਕੀ ਹੋਇਆ? ਸੂਰਜ ਤੋਂ એનર્ਜੀ ਪੈਦਾ ਕਰਨੀ। ਸੂਰਜ ਤੋਂ એનર્ਜੀ ਕਿੱਦਾਂ ਪੈਦਾ ਹੁੰਦੀ? ਹੁਣ ਨੈਚੁਰਲ ਜੀ ਗੱਲ ਹੈ ਜੀ, ਸਿੱਧੇ ਤਰੀਕੇ ਨਾਲ ਤਾਂ ਉਹ એનર્ਜੀ ਆਪਾਂ ਨੂੰ ਪੈਦਾ ਕਰ ਨਹੀਂ ਸਕਦਾ ਜੀ। ਸੋਲਰ એનર્ਜੀ ਤਾਂ ਤੁਸੀਂ ਸਾਰਿਆਂ ਨੇ ਉਹ ਜਾਣੀ ਕਿ ਪਲੇਟਸ ਜੀਆਂ ਲੱਗੀਆਂ ਦੇਖੀਆਂ ਹੋਣਗੀਆਂ, ਛੱਤਾਂ ਦੇ ਉੱਪਰ ਲੋਕੀ ਲਵਾ ਲੈਂਦੇ ਹੁੰਦੇ ਸਮੇਂ 'ਚ। ਛੱਤਾਂ ਦੇ ਉੱਪਰ ਏਦਾਂ ਦੀਆਂ ਜੋ ਪਲੇਟਸ ਹੁੰਦੀਆਂ ਜੀ, ਆਹ ਵਾਲੀਆਂ ਪਲੇਟਸ ਘਰਾਂ ਦੇ ਉੱਪਰ। ਸੋ ਇਹ ਪਲੇਟਸ ਜਿਹੜੀਆਂ ਹੁੰਦੀਆਂ ਜੀ, ਇਹਨਾਂ ਤੇ ਆਹ ਵਾਲੀਆਂ ਜੋ ਇਹਨਾਂ ਨੇ ਸਿਸਟਮ ਬਣਾਇਆ ਸਾਇੰਸ ਨੇ, ਆਹ ਵਾਲੀ ਚੀਜ਼ ਜੀ, ਤਾਂ ਆਹ ਸੂਰਜ ਹੈ ਜੀ। ਸੂਰਜ ਦੀਆਂ ਕਿਰਨਾਂ ਆ ਕੇ ਪੈਂਦੀਆਂ ਵਾ ਇਹਨਾਂ ਦੇ ਉੱਪਰ ਜੀ, ਇਹ ਪਲੇਟਸ ਦੇ ਉੱਪਰ। ਜਦੋਂ ਕਿਰਨਾਂ ਆ ਕੇ ਪੈਂਦੀਆਂ, ਇਹ ਪਲੇਟਸ ਜਿਹੜੀਆਂ ਹੈਗੀਆਂ ਇਹ ਗਰਮ ਹੋ ਜਾਂਦੀਆਂ ਜੀ। ਗਰਮ ਹੋਣ ਕਰਕੇ ਇਹਨਾਂ ਵਿੱਚ એનર્ਜੀ ਇਕੱਠੀ ਹੋ ਜਾਂਦੀ ਹੈ ਜੀ, એનર્ਜੀ ਭਰਨੀ ਸ਼ੁਰੂ ਹੋ ਜਾਂਦੀ ਹੈ। ਪਲੇਟਸ ਦੇ ਵਿੱਚ એનર્ਜੀ ਭਰਨੀ ਸ਼ੁਰੂ ਹੋ ਗਈ ਹੈ, ਫੁੱਲ ਹੋਣੀਆਂ ਸ਼ੁਰੂ ਹੋ ਗਈਆਂ ਜੀ। એનર્ਜੀ ਜਦੋਂ ਭਰਨੀ ਸ਼ੁਰੂ ਹੋ ਗਈ ਇਹਨਾਂ ਵਿੱਚ, ਤਾਂ ਇਹਨਾਂ ਨੂੰ ਹੁਣ ਗਾਂ ਪਲੇਟਸ ਨੂੰ ਜੋੜਿਆ ਹੁੰਦਾ ਇੱਕ ਬੈਟਰੀ ਦੇ ਨਾਲ। ਆ ਬੈਟਰਾ ਜੀ, ਆ ਤਾਰਾਂ ਮੰਨ ਕੇ ਲੋ ਇੱਧਰ ਜੋੜੀਆਂ ਹੋਈਆਂ ਇਹਨਾਂ ਦੀਆਂ ਤਿੰਨੇ ਪਲੇਟਾਂ ਦੀ। એનર્ਜੀ ਜਿਹੜੀ ਇਹਨਾਂ ਵਿੱਚ ਇਕੱਠੀ ਹੋਈ ਸੀ ਉਹ ਸਾਰੀ ਟਰਾਂਸਮਿਟ ਕਿਹਦੇ ਵਿੱਚ ਹੋ ਗਈ? ਬੈਟਰੀ ਵਿੱਚ। ਤੇ ਬੈਟਰਾ ਹੋ ਗਿਆ ਹੁਣ ਫੁੱਲ ਚਾਰਜ। ਤੇ ਬੈਟਰੀ ਨੂੰ ਤੁਸੀਂ ਚਾਹੋ ਤਾਂ ਆਪਣਾ ਸਾਰਾ ਘਰ ਇਹਦੇ ਤੇ ਹੁਣ ਚਲਾ ਸਕਦੇ ਹੋ, ਆਪਣੀਆਂ ਲਾਈਟਾਂ, ਆਪਣੇ ਪੱਖੇ, ਜੋ ਵੀ ਚੀਜ਼ ਜਿੰਨੇ ਵੀ ਹੁਣ ਤੁਸੀਂ ਇਹਨੂੰ ਯੂਜ਼ ਕਰਨਾ। એનર્ਜੀ ਕਿੱਥੋਂ ਪੈਦਾ ਕੀਤੀ? ਸੂਰਜ ਦੀਆਂ ਕਿਰਨਾਂ ਤੋਂ। ਉਹ ਕਿੱਥੇ ਆ ਕੇ ਪਈ? ਸੋਲਰ ਪੈਨਲਸ ਕਹਿੰਦੇ ਵੈਸੇ ਇਹਨਾਂ ਨੂੰ, ਸੋਲਰ ਪੈਨਲਸ। ਸੋਲਰ ਪੈਨਲਸ, ਸੋਲਰ ਪੈਨਲ ਬੈਟਰੀ ਨੂੰ ਚਾਰਜ ਕਰ ਦਿੰਦੀਆਂ ਵਾ, ਬੈਟਰਾ ਬਾਅਦ ਚੋਂ ਚੱਕ ਕੇ ਜਿੱਥੇ ਮਰਜ਼ੀ ਲੈ ਜਾਓ ਜੀ। ਤਾਂ ਇਹ ਸਿਸਟਮ ਨੂੰ ਕਹਿੰਦੇ ਸੋਲਰ એનર્ਜੀ। ਇਹ ਇੱਕ ਮੈਥਡ, ਇੱਕ ਸਾਇੰਸ ਦੀ ਜਿਹਨੂੰ ਤੁਸੀਂ ਡਿਸਕਵਰੀ ਕਹਿ ਦਿਓ ਕਿ ਸੂਰਜ ਤੋਂ એનર્ਜੀ ਪੈਦਾ ਕਰ ਲੈਣਾ। ਐਡਵਾਂਟੇਜ ਤਾਂ ਬਹੁਤ ਵੱਡੇ ਆ ਨਾ ਇਹਦੇ ਜੀ। ਆਪਾਂ ਬਿਜਲੀ ਕਿਵੇਂ ਪੈਦਾ ਕਰਦੇ ਹਾਂ? ਪਾਣੀ ਨੂੰ ਕਿੰਨੇ ਕਿਲੋਮੀਟਰ ਤਾਂ ਸਟਾਇਆ ਜਾਂਦਾ ਪਾਣੀ ਨੂੰ, ਫਿਰ ਜਾ ਕੇ ਉਹ ਪਾਣੀ ਡਿੱਗਦਾ ਵਾ। ਉਹ ਟਰਬਾਈਨਸ ਲੱਗੀਆਂ ਹੁੰਦੀਆਂ ਏਦਾਂ, ਉਹ ਟਰਬਾਈਨ ਘੁੰਮਦੀ ਆ ਬਹੁਤ ਸਪੀਡ ਨਾਲ, ਘੁੰਮ ਕੇ એનર્ਜੀ ਪੈਦਾ ਹੁੰਦੀ ਆ। ਤੇ ਸਿਸਟਮ ਇੱਥੇ ਵੀ ਸੇਮ ਹੀ ਹੈ, ਇੱਥੇ ਵੀ ਕਿਸੇ ਤਰ੍ਹਾਂ ਦੀ ਆ ਚੀਜ਼ ਲੱਗੀ ਹੋਈ ਆ ਜਿਹਦੇ ਨਾਲ ਆ ਚਾਰਜ ਹੋ ਜਾਂਦੀ ਹੈ। ਗਾਂ ਬੈਟਰਾ ਰੱਖਿਆ ਹੋਇਆ, ਬੈਟਰੀ ਨੂੰ ਚਾਰਜ ਕਰ ਦਿੰਦੀ ਆ, ਆਪਣੇ ਟਰਾਂਸਫਾਰਮਰਾਂ ਵਿੱਚ ਆ ਜਾਂਦੀ ਆ, ਉਹ ਗਾਂ ਦੀਆਂ ਆਪਣੇ ਪਿੰਡਾਂ ਸ਼ਹਿਰਾਂ ਨੂੰ ਆਉਂਦੀ। ਤਾਂ ਉਤੋਂ ਪਾਣੀ ਸਟਾਉਣ ਦੀ ਬਜਾਏ ਇਦੋਂ ਤਾਂ ਸੋਲਰ ਸਿਸਟਮ ਹੀ ਬਹੁਤ ਵਧੀਆ ਸੀ ਨਾ, ਕਿਉਂਕਿ ਦੋ ਮੈਥਡ, ਇੱਕ ਤਾਂ ਪਾਣੀ ਤੋਂ ਜਾਨੀ ਕਿ ਪੈਦਾ ਕਰਨੀ એનર્ਜੀ, ਇੱਕ ਹੁਣ ਸੂਰਜ ਦੀਆਂ ਕਿਰਨਾਂ ਤੋਂ ਕਰਨੀ। ਸੌਖਾ ਤਰੀਕਾ ਕਿਹੜਾ ਜੀ? ਸੌਖਾ ਤਰੀਕਾ ਹੈਗਾ ਸੋਲਰ ਸਿਸਟਮ ਵਾਲਾ। ਸਮਝ ਲੱਗ ਗਈ? ਸੋਲਰ એનર્ਜੀ ਦੇ ਫਾਇਦੇ ਕੀ ਹੈ ਜੀ? ਸੋਲਰ એનર્ਜੀ ਦੇ ਫਾਇਦੇ ਇਹ ਆ, ਇਹ એનર્ਜੀ ਕਦੇ ਵੀ ਖਤਮ ਨਹੀਂ ਹੁੰਦੀ ਜੀ, ਅਨਲਿਮਟਿਡ ਹੈ ਜੀ। ਇਹ ਸਾਰੀ ਜ਼ਿੰਦਗੀ ਅੱਜ ਤੋਂ 100 ਸਾਲ ਬਾਅਦ ਵੀ ਪ੍ਰੋਡਿਊਸ ਕੀਤੀ ਜਾ ਸਕਦੀ ਹੈ। ਤੇ ਜਿਹੜੇ ਆਪਣੇ ਕੋਲ ਦੂਜੇ ਮੈਥਡ ਉਹ ਤਾਂ ਖਤਮ ਹੋ ਸਕਦੇ ਆ ਜੀ। ਜਿੱਦੇ ਪਾਣੀ ਘਟਣ ਲੱਗ ਗਿਆ ਉਹਦੇ ਬਿਜਲੀ ਆਪੇ ਘਟਣ ਲੱਗ ਜਾਣੀ ਹੈ। ਸੂਰਜ ਦੀਆਂ ਕਿਰਨਾਂ ਨਹੀਂ ਘਟਦੀਆਂ ਕਦੇ ਵੀ। ਸੂਰਜ ਅੱਜ ਤੋਂ 100 ਸਾਲ ਪਹਿਲਾਂ ਵੀ ਓਨੀਆਂ ਹੀ ਰੇਜ਼ ਧਰਤੀ ਤੇ ਭੇਜਦਾ ਹੁੰਦੀਆਂ ਸੀ ਜਿੰਨਾ ਹੁਣ ਭੇਜ ਰਿਹਾ ਵਾ। ਬਟ ਪਾਣੀ ਅੱਜ ਤੋਂ 100 ਸਾਲ ਪਹਿਲਾਂ ਬਹੁਤ ਜ਼ਿਆਦਾ ਸੀਗਾ, ਹੁਣ ਘਟ ਰਿਹਾ ਵਾ ਜੀ। ਸੋ ਸੋਲਰ એનર્ਜੀ ਦਾ ਫਾਇਦਾ ਕੀ ਹੈ ਜੀ? ਅਨਲਿਮਟਿਡ એનર્ਜੀ, ਨਾ ਖਤਮ ਹੋਣ ਵਾਲੀ ਚੀਜ਼। ਦੂਸਰੇ ਨੰਬਰ ਤੇ ਇਹਦੇ ਨਾਲ ਬਾਕੀ ਰਿਸੋਰਸਸ ਨੂੰ ਸੇਵ ਕੀਤਾ ਜਾ ਸਕਦਾ ਜੀ। ਪਾਣੀ ਹੋ ਗਿਆ, ਕੋਲਾ ਹੋ ਗਿਆ, ਦੇਖੋ ਆਪਾਂ ਕੋਲੇ ਤੋਂ એનર્ਜੀ ਪੈਦਾ ਕਰਦੇ ਹਾਂ, ਕੋਲਾ ਵੀ ਤਾਂ ਖਤਮ ਹੁੰਦਾ ਹੀ ਪਿਆ ਹੁਣ। ਆਪਣੇ ਪੰਜਾਬ 'ਚ ਪਿੱਛੇ ਜਿਹੜੇ ਬਿਜਲੀ ਦੇ ਕੱਟ ਲੱਗਦੇ ਹੁੰਦੇ ਸੀ, ਕਿਉਂ ਲੱਗਦੇ ਹੁੰਦੇ ਸੀ? ਕਿਉਂਕਿ ਕੋਲੇ ਦੀ ਸਪਲਾਈ ਰੁਕ ਗਈ ਸੀਗੀ। ਤੇ ਜੇ ਸਾਰਾ ਪੰਜਾਬ ਆਪਣਾ ਸੋਲਰ ਸਿਸਟਮ ਤੇ ਹੁੰਦਾ, 1 ਸੈਕਿੰਡ ਵੀ ਲਾਈਟ ਨਹੀਂ ਜਾ ਸਕਦੀ, 1 ਸੈਕਿੰਡ ਵੀ, ਕਿਉਂਕਿ ਕੋਲਾ ਖਤਮ ਹੋ ਸਕਦਾ, ਸੋਲਰ એનર્ਜੀ ਖਤਮ ਨਹੀਂ ਹੋ ਸਕਦੀ। ਸੋ ਪਹਿਲਾ ਫਾਇਦਾ ਕੀ ਸੀ ਜੀ? ਅਨਲਿਮਟਿਡ એનર્ਜੀ ਪੈਦਾ ਕੀਤੀ ਜਾ ਸਕਦੀ ਆ। ਦੂਜੇ ਨੰਬਰ ਤੇ ਜੀ ਬਾਕੀ ਰਿਸੋਰਸਸ ਸੇਵ ਹੋ ਸਕਦੇ ਆ ਜੀ। ਬਾਕੀ ਲਿਖ ਦਿਓ, ਕੋਲਾ ਹੋ ਗਿਆ, ਪਾਣੀ ਹੋ ਗਿਆ, ਇਹਨਾਂ ਤੋਂ ਹੀ ਪੈਦਾ ਕਰਦੇ ਆਪਾਂ એનર્ਜੀ। ਇੱਕ ਵਾਰੀ ਇਹਦੇ ਵਿੱਚ ਪੈਸਾ ਜਾਨੀ ਕਿ ਬਸ ਲੱਗਦਾ, ਬਾਅਦ ਚੋਂ ਕੋਈ ਬਿੱਲ ਨਹੀਂ ਹੁੰਦਾ ਜੀ, ਕੋਈ ਬਿੱਲ ਬੁੱਲ ਦੀ ਸਮੱਸਿਆ ਸੀ, ਗਵਰਨਮੈਂਟ ਤੇ ਕੋਈ ਪ੍ਰੈਸ਼ਰ ਨਹੀਂ ਜੀ। ਇੱਕ ਵਾਰੀ ਸੋਲਰ ਸਿਸਟਮ ਲੋਕਾਂ ਨੇ ਲਵਾ ਲਿਆ, ਬਸ ਹੁਣ ਕੋਈ ਬਿੱਲ ਨਹੀਂ ਬਿਜਲੀ ਦਾ। ਅੱਛਾ, ਇਹਦੇ ਡਰਾਬੈਕ ਕੀ ਹੈ ਜੀ ਸੋਲਰ એનર્ਜੀ ਦੇ? ਅੱਛਾ, ਪਰ ਇਹਨੇ ਜਿੱਦੇ ਸੂਰਜ ਹੀ ਨਾ ਨਿਕਲੇ ਉਹਦੇ ਕੀ ਹੋਊਗਾ ਜੀ? ਸੂਰਜ ਤੋਂ એનર્ਜੀ ਲੈਣੀ ਆ ਤੇ ਜੇ ਸੂਰਜ ਹੀ ਨਾ ਨਿਕਲਿਆ ਫੇਰ
ਜਾਨੀ ਕਿ ਕੋਲਡ ਵੈਦਰ ਦੇ ਵਿੱਚ ਇਹਦਾ ਕੰਮ ਕਰਨਾ ਨਾਮੁਮਕਿਨ ਹੈ ਜੀ। ਜਦੋਂ ਧੁੰਦ ਪਈ ਜਾਂਦੀ, ਜਦੋਂ ਫੌਗੀ ਡੇ ਆ, ਉਦੋਂ ਤਾਂ ਇਹ ਕੰਮ ਹੀ ਨਹੀਂ ਨਾ ਕਰ ਸਕਦੀ ਚੀਜ਼, ਕਿਉਂਕਿ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨਾ, ਜਿਹੜੀਆਂ ਸੂਰਜ ਦੀਆਂ ਰੇਜ਼ ਹੁੰਦੀਆਂ ਵਾ, ਉਹ ਫੌਗ ਨੂੰ ਪੈਨੀਟ੍ਰੇਟ ਹੀ ਨਹੀਂ ਕਰ ਸਕਦੀਆਂ। ਪੈਨੀਟ੍ਰੇਟ ਦਾ ਮਤਲਬ ਹੁੰਦਾ ਵਿੱਚੋਂ ਦੀ ਲੰਘਣਾ। ਆਹ ਸੂਰਜ ਆ ਜੀ, ਆਹ ਤੁਹਾਡਾ ਘਰ ਆ, ਆਹ ਤੁਹਾਡੇ ਘਰ ਦੇ ਉੱਪਰ ਲੱਗੀ ਹੋਈ ਬਹੁਤ ਵੱਡੀ ਇੱਕ ਸੋਲਰ ਪੈਨਲ, ਆਹ ਵਾਲੀ ਜੀ, ਤੇ ਵਿੱਚ ਆ ਉਹਦੇ ਨਿਕਲੇ ਜੀ ਧੁੰਦ, ਉਹਦੇ ਆ ਹੈਗੀ ਆ ਜੀ ਪੂਰੀ ਧੁੰਦ ਆ ਲੋ। ਤੇ ਧੁੰਦ ਵੀ ਬਹੁਤ ਸੰਘਣੀ ਹੁੰਦੀ ਹੈ। ਆਪਣੇ ਮੋਬਾਈਲ ਫੋਨ ਦੀ ਜਿਹੜੀ ਰੇਂਜ ਉਹ ਕਿਉਂ ਗਾਇਬ ਹੋ ਜਾਂਦੀ ਹੈ ਜੀ? ਕਿਉਂਕਿ ਮੋਬਾਈਲ ਫੋਨ ਜਿਹੜੀ ਰੇਂਜ ਆਪਣੀ ਗੱਲ ਕਰਵਾਉਂਦੀ ਹੈ ਇੱਕ ਦੂਜੇ ਦੇ ਨਾਲ, ਆ ਮੇਰਾ ਮੋਬਾਈਲ ਪਿਆ, ਤੁਹਾਡਾ ਮੋਬਾਈਲ ਪਿਆ, ਇਹ ਰੇ ਇਦਾਂ ਹੁੰਦੀ ਆ। ਤੇ ਜੇ ਵਿੱਚ ਧੁੰਦ ਹੋਈ ਤਾਂ ਇਹ ਰੇ ਨੇ ਜਾਨੀ ਕਿ ਪੈਨੀਟ੍ਰੇਟ ਹੀ ਨਹੀਂ ਕਰ ਪਾਉਣਾ, ਟੁੱਟ ਕੇ ਜਾਨੀ ਕਿ ਪੈਨੀਟ੍ਰੇਟ ਕਰੂਗੀ, ਤਾਂ ਰੇਂਜ ਦੇ ਵਿੱਚ ਇੰਟਰਪਸ਼ਨ ਪੈਦਾ ਹੋ ਜਾਣੀ। ਸੇਮ ਚੀਜ਼ ਹੀ, ਸੂਰਜ ਦੀ ਕਿਰਨ ਧੁੰਦ ਵਿੱਚੋਂ ਦੀ ਲੰਘ ਹੀ ਨਹੀਂ ਸਕਦੀ, ਪਹੁੰਚ ਹੀ ਨਹੀਂ ਸਕਦੀ, ਤੁਹਾਡੇ ਸੋਲਰ ਪੈਨਲ ਤੱਕ ਪਹੁੰਚਣਾ ਹੀ ਨਹੀਂ ਹੋਣੀ, ਇਹ ਚਾਰਜ ਹੀ ਨਹੀਂ ਹੋਣੀ, ਤੇ ਚਾਰਜ ਨਾ ਹੋਈ ਉਹਦੇ ਬਿਜਲੀ ਆਉਣੀ ਹੋਈ ਨਹੀਂ ਤੁਹਾਡੇ ਘਰੇ। ਤਾਂ ਸਭ ਤੋਂ ਵੱਡੀ ਡਰਾਬੈਕ ਹੈ ਜੀ ਕਿ ਕੋਲਡ ਵੈਦਰ ਦੇ ਵਿੱਚ, ਵਿੰਟਰ ਡੇਜ਼ ਦੇ ਵਿੱਚ ਕੰਮ ਨਹੀਂ ਕਰਦੀ। ਗਰਮੀਆਂ 'ਚ ਜਿੰਨਾ ਮਰਜ਼ੀ ਕੰਮ ਕਰਾ ਲਓ ਇਹਦੇ ਤੋਂ, ਕੋਲਡ ਵੈਦਰ। ਦੂਸਰੇ ਨੰਬਰ ਤੇ ਕੋਸਟਲੀ ਬਹੁਤ ਜ਼ਿਆਦਾ ਹੈ ਜੀ, ਹਰ ਕੋਈ ਬੰਦਾ ਥੋੜੀ ਇਹ ਕਰਾ ਲੂ ਇਹ ਚੀਜ਼ ਨੂੰ। ਜੇ ਮੰਨ ਕੇ ਚਲੋ ਤੁਹਾਡਾ ਘਰ, ਮੰਨ ਕੇ ਚਲੋ ਜਾਨੀ ਕਿ 5 ਮਰਲਿਆਂ 'ਚ, 4 ਤੋਂ 5 ਮਰਲਿਆਂ ਦੇ ਵਿੱਚ, ਹਾਲਾਂਕਿ ਬਹੁਤ ਛੋਟਾ। ਜੇ ਤੁਸੀਂ ਆਪਣੇ ਆਹ ਵਾਲੇ ਘਰ ਦੇ ਵਿੱਚ ਹੀ ਉੱਪਰ ਸੋਲਰ ਪੈਨਲ ਜੇ ਲਗਵਾਉਣੀਆਂ ਹੋਣ ਤਾਂ ਜੋ ਰਫਲੀ ਐਸਟੀਮੇਸ਼ਨ ਹੈਗਾ ਵਾ 5 ਮਰਲਿਆਂ ਦੇ ਵਿੱਚ, ਉਹ ਕਮ ਸੇ ਕਮ ਹੈਗਾ 3.5 ਤੋਂ 4.5 ਲੱਖ ਦੇ ਵਿੱਚ, ਕਮ ਸੇ ਕਮ 3.5 ਤੋਂ 4.5 ਲੱਖ ਰੁਪਈਆ ਲੱਗ ਗਿਆ ਨਾ। ਜੇ ਆਪਾਂ ਆਪਦਾ 5 ਮਰਲਿਆਂ ਵਾਲਾ ਘਰ, ਐਸਟੀਮੇਸ਼ਨ ਹੈ ਜਸਟ ਮੇਰਾ, ਹੋ ਸਕਦਾ ਇਹ ਤੋਂ ਥੋੜੇ ਮੋਟੇ ਜ਼ਿਆਦਾ ਹੋਣ ਜਾਂ ਥੋੜੇ ਮੋਟੇ ਘੱਟ ਵੀ ਜਾਣ, ਡਿਪੈਂਡ ਕਰਦਾ ਬ੍ਰਾਂਡ ਉੱਪਰ, ਕਈ ਸਸਤੀਆਂ ਵੀ ਤਾਂ ਹੋਣਗੀਆਂ ਨਾ, ਐਸਟੀਮੇਸ਼ਨ ਦੱਸਿਆ। ਤਾਂ ਹਰ ਇੱਕ ਪਰਸਨ 3.5 ਤੋਂ 4.5 ਲੱਖ ਰੁਪਈਆ ਨਹੀਂ ਲਾ ਸਕਦਾ, ਕੋਸਟਲੀ ਬਹੁਤ ਹੁੰਦੀ ਹੈ ਜੀ। ਇਹ ਇਹਦਾ ਸੀਗਾ ਦੂਸਰਾ ਡਰਾਬੈਕ। ਹਾਂਜੀ, ਰੀਨਿਊਏਬਲ ਸੋਰਸਸ। ਰੀਨਿਊਏਬਲ ਕਿਹੜੇ ਹੁੰਦੇ ਆ ਜੀ? ਜਿਨ੍ਹਾਂ ਨੂੰ ਮੁੜ ਪੈਦਾ ਕੀਤਾ ਜਾ ਸਕਦਾ ਜੀ। ਰੀਨਿਊਏਬਲ ਰਿਸੋਰਸਸ ਕਿਹੜੇ ਹੁੰਦੇ ਆ? ਜਿਨ੍ਹਾਂ ਨੂੰ ਮੁੜ ਪੈਦਾ ਕੀਤਾ ਜਾ ਸਕਦਾ ਜੀ। ਹਵਾ ਇੱਕ ਰੀਨਿਊਏਬਲ ਹੈ ਜੀ, ਠੀਕ ਹੈ ਜੀ। ਜਿਵੇਂ ਹੁਣੀ ਕੀਤਾ ਆਪਾਂ, ਸੋਲਰ ਐਨਰਜੀ ਇੱਕ ਰੀਨਿਊਏਬਲ ਰਿਸੋਰਸ ਹੈ ਜੀ। ਨੌਨ ਰੀਨਿਊਏਬਲ ਕਿਹੜੇ ਹੁੰਦੇ ਆ ਜੀ? ਜਿਨ੍ਹਾਂ ਨੂੰ ਮੁੜ ਪੈਦਾ ਨਹੀਂ ਕੀਤਾ ਜਾ ਸਕਦਾ ਜੀ। ਪਾਣੀ ਨੂੰ ਫਿਰ ਥੋੜੀ ਬਣਾਇਆ ਜਾ ਸਕਦਾ ਜੀ। ਕੋਲਾ ਹੋ ਗਿਆ ਜੀ, ਕੋਲੇ ਨੂੰ ਫਿਰ ਥੋੜੀ ਬਣਾਇਆ ਜਾ ਸਕਦਾ। ਆਇਲ ਹੋ ਗਿਆ ਜੀ, ਪੈਟਰੋਲ ਹੋ ਗਿਆ ਜੀ, ਇਹ ਸਾਰੇ ਨੌਨ ਰੀਨਿਊਏਬਲ ਆ। ਰੀਨਿਊਏਬਲ ਤੇ ਨਹੀਂ ਆਉਂਦਾ ਹੁੰਦਾ, ਨੌਨ ਰੀਨਿਊਏਬਲ ਤੇ ਆਉਂਦਾ ਹੁੰਦਾ ਜੀ। ਨੌਨ ਰੀਨਿਊਏਬਲ ਰਿਸੋਰਸਸ ਆ, ਪੁੱਛਣਗੇ ਤੁਹਾਡੇ ਤੋਂ ਕਿ ਜੀ ਇਹ ਖਤਮ ਹੋ ਰਹੇ ਆ, ਕਾਰਨ ਕੀ ਹੈ ਜੀ, ਇਹਦਾ ਰੀਜ਼ਨਸ ਕੀ ਆ? ਸੋਲੂਸ਼ਨਸ ਵੀ ਪੁੱਛ ਸਕਦੇ ਆ। ਰੀਜ਼ਨ ਕੀ ਆ? ਪੋਪੂਲੇਸ਼ਨ ਵੱਧਦੀ ਜਾ ਰਹੀ ਹੈ, ਲੋਕੀ ਯੂਜ਼ ਹੀ ਬਹੁਤ ਕਰਨ ਲੱਗ ਗਏ ਜੀ। ਕੋਲਾ ਕਿੰਨਾ ਜ਼ਿਆਦਾ ਯੂਜ਼ ਹੋ ਰਿਹਾ ਜੀ, ਪੈਟਰੋਲ ਕਿੰਨਾ ਯੂਜ਼ ਹੋ ਰਿਹਾ, ਲੋਕਾਂ ਨੇ ਟਰਾਂਸਪੋਰਟੇਸ਼ਨ ਦੇ ਵਹੀਕਲ ਕਿੰਨੇ ਲੈ ਲਏ, ਹਰ ਘਰ ਕੋਲੇ ਕਾਰ ਆ ਹੁਣ। ਇਹ ਇਹਨਾਂ ਦੇ ਰੀਜ਼ਨ ਹੈ ਜੀ। ਰੀਜ਼ਨ ਸਿਰਫ ਇੱਕ ਹੀ ਹੁੰਦਾ ਜੀ, ਇਹਦਾ ਇੱਥੇ ਇੱਕ BPO ਡਿਵੈਲਪ ਹੁੰਦਾ। ਤਾਂ ਚਲੋ ਹੋਰ ਕਹਿ ਸਕਦੇ ਹੋ, ਬਣਾ ਸਕਦੇ ਹੋ ਆਪਣੇ ਕੋਲ ਹੋਰ। ਇੱਕ ਤਾਂ ਹੋ ਗਿਆ ਜੀ ਕਿ ਇਹਨਾਂ ਦਾ ਅਨਲਿਮਿਟਡ ਯੂਜ਼ ਹੋਣ ਲੱਗ ਗਿਆ ਜੀ। ਇੱਕ ਨੌਨ ਰੀਨਿਊਏਬਲ ਰਿਸੋਰਸਸ ਨੂੰ ਲੈ ਕੇ ਗਵਰਨਮੈਂਟ ਦੀਆਂ ਕੋਈ ਬਾਲੀਆਂ ਸਟ੍ਰਿਕਟ ਪਾਲਿਸੀਜ਼ ਨਹੀਂ ਹੈਗੀਆਂ। ਇਹਨਾਂ ਨੂੰ ਬਚਾਉਣ ਦੇ ਵਿੱਚ ਗਵਰਨਮੈਂਟ ਜ਼ਿਆਦਾ ਕੋਸ਼ਿਸ਼ ਨਹੀਂ ਕਰ ਰਹੀ ਜਿੰਨੀ ਕਰਨੀ ਚਾਹੀਦੀ ਹੈ। ਇੱਕ ਪਰਸਨ ਜਿੰਨੇ ਵਾਰੀ ਮਰਜ਼ੀ ਚਾਹੇ ਪੈਟਰੋਲ ਪਵਾ ਸਕਦਾ, ਇੱਕ ਪਰਸਨ ਜਿੰਨਾ ਚਾਹੇ ਮਰਜ਼ੀ ਵਾਟਰ ਯੂਜ਼ ਕਰ ਸਕਦਾ। ਇਹਦਾ ਮਤਲਬ ਕੀ ਹੈ ਜੀ? ਇਹਦਾ ਮਤਲਬ ਗਵਰਨਮੈਂਟ ਨੇ ਫ੍ਰੀडम ਦਿੱਤੀ ਹੋਈ ਹੈ ਨਾ ਸਾਰਿਆਂ ਨੂੰ। ਸਪੋਜ਼ ਕਰੋ ਇੱਕ ਪਰਸਨ ਨੂੰ ਸਿਰਫ 5 ਲੀਟਰ ਤੇਲ ਹੀ ਅਲਾਉ ਹੋਵੇ ਇੱਕ ਦਿਨ ਦੇ ਵਿੱਚ, ਬਸ ਸਿਰਫ 5 ਲੀਟਰ ਤੇਲ। ਤੇ ਜੇ ਉਹਨੂੰ 5 ਤੋਂ ਜ਼ਿਆਦਾ ਚਾਹੀਦਾ ਵਾ, ਉਹ ਸਿਰਫ ਉਹਨੂੰ ਐਮਰਜੈਂਸੀ ਕੇਸ ਵਿੱਚ ਹੀ ਮਿਲੇ। ਜੇ ਮੰਨ ਕੋਲ ਹਸਪੀਟਲ ਜਾਣਾ ਜਾਏ, ਵੈਸੇ ਨਹੀਂ ਕਿ ਮੈਂ ਵਿਆਹ ਤੇ ਜਾਣਾ ਜੀ, ਉਹਦੇ ਲਈ ਕਵੇ ਕਿ ਉਹਨੂੰ ਕਿ ਬੱਸ ਤੇ ਜਾ, ਰੇਲ ਆ ਉਹਦੇ ਲਈ, ਬਾਕੀ ਉਹਨਾਂ ਕੋਲੇ ਇੰਤਜ਼ਾਮ ਹੋਵੇ।
ਬਟ ਉਹਨੂੰ ਇੱਕ ਦਿਨ ਦੇ ਵਿੱਚ ਸਿਰਫ 5 ਲੀਟਰ ਹੀ ਅਲਾਉ ਹੋਵੇ, ਤਾਂ ਫਿਰ ਇਹ ਨੌਨ ਰੀਸੋਰਸ ਜਿਹੜੇ ਇਹ ਆਪਣੇ ਕੋਲੇ ਸੋਰਸ ਹੈਗੇ ਆ ਜੀ, ਇਹ ਫਿਰ ਵਧਾਏ ਜਾ ਸਕਦੇ, ਗਾਂ ਤੱਕ ਹੰਡ ਸਕਦੇ ਆ, ਹੋਰ 50 ਸਾਲ ਰਹਿ ਸਕਦੇ ਫਿਰ ਦੁਨੀਆ। ਤਾਂ ਗਵਰਨਮੈਂਟ ਦੀਆਂ ਇਹਨਾਂ ਨੂੰ ਲੈ ਕੇ ਸਟ੍ਰਿਕਟ ਪਾਲਿਸੀਜ਼ ਹੈ ਨਹੀਂ ਜੀ। 1% ਜਿੰਨਾ ਮਰਜ਼ੀ ਚਾਹੇ ਵਾਟਰ ਯੂਜ਼ ਕਰੀ ਜਾਵੇ, ਇੱਕ ਲਿਮਟ ਹੋਵੇ ਇੱਕ ਘਰ ਨੂੰ, ਕਿ ਸਿਰਫ ਇੱਕ ਘਰ ਨੂੰ ਇੱਕ ਦਿਨ ਦੇ ਵਿੱਚ 80 ਲੀਟਰ ਪਾਣੀ ਹੀ ਮਿਲ ਸਕਦਾ, ਇਦੋਂ ਵੱਧ ਨਹੀਂ। ਹੁਣ ਤੁਹਾਡੀ ਮਰਜ਼ੀ ਵੀ ਤੁਸੀਂ ਕਿਵੇਂ ਇਹਨੂੰ ਯੂਜ਼ ਕਰਨਾ, ਡੋਲਣਾ ਜਾਂ ਕੀ ਕਰਨਾ, ਬਸ। ਤਾਂ ਇਦਾਂ ਦੀਆਂ ਚੀਜ਼ਾਂ ਜੀ। ਇਹ ਵੈਸੇ ਆਪਣਾ ਸੋਲੂਸ਼ਨ ਦੇ ਵਿੱਚ ਕਾਊਂਟ ਹੋ ਗਿਆ। ਰੀਜ਼ਨ ਇਹਦਾ ਸੀਗਾ ਜੀ, ਅਨਲਿਮਿਟਡ ਲੋਕੀ ਨੂੰ ਯੂਜ਼ ਕਰੀ ਜਾਂਦੇ ਆ, ਗਵਰਨਮੈਂਟ ਦੀਆਂ ਕੋਈ ਪਾਲਿਸੀਆਂ ਹੈ ਨਹੀਂ ਗੀਆਂ। ਸੋਲੂਸ਼ਨ ਕੀ ਹੈ ਜੀ, ਲੋਕਾਂ ਤੇ ਰਿਸਟ੍ਰਿਕਸ਼ਨਸ ਲਾਈਆਂ ਜਾਣ। ਫੋਰ ਐਗਜ਼ਾਮਪਲ ਤੁਸੀਂ ਕਹੋ ਇੱਕ ਪਰਸਨ ਨੂੰ ਇੱਕ ਦਿਨ ਦੇ ਵਿੱਚ 5 ਲੀਟਰ ਪੈਟਰੋਲ, 80 ਲੀਟਰ ਪਾਣੀ, ਏਦਾਂ ਫਿਗਰਸ ਦੇ ਵਿੱਚ ਮਿਲਣਾ ਚਾਹੀਦਾ ਜੀ ਸਾਰਾ ਕੁਝ। ਤੁਸੀਂ ਕਹੋ ਫਿਰ ਹੋ ਸਕਦਾ ਵੀ ਇਹ ਚੀਜ਼ਾਂ ਨਾ ਖਤਮ ਹੋਣ ਜੀ। ਏਦਾਂ ਦਾ ਸੋਲੂਸ਼ਨ ਤੁਸੀਂ ਇਹਦਾ ਲਿਖ ਸਕਦੇ ਹੋ। ਹਾਂਜੀ, ਲੋਕਾਂ ਨੂੰ ਐਲਟਰਨੇਟਿਵ ਸੋਰਸ ਯੂਜ਼ ਕਰਨ ਲਈ ਐਨਕਰੇਜ ਕਰਨਾ ਚਾਹੀਦਾ ਜੀ। ਐਲਟਰਨੇਟਿਵ ਕਿਵੇਂ ਜੀ, ਉਹਨਾਂ ਨੂੰ ਕਹੋ ਕਿ ਖੁਦ ਦੀ ਕਾਰ ਵਾਲੀ ਨਾ ਯੂਜ਼ ਕਰਨ ਜੀ, ਸੋਰਸ ਆਫ ਜੋ ਪਬਲਿਕ ਟਰਾਂਸਪੋਰਟੇਸ਼ਨ ਯੂਜ਼ ਕਰਾਉਣ ਜੀ, ਉਤੋਂ ਕੋਲਾ ਵਗੈਰਾ ਨਾ ਯੂਜ਼ ਕਰਕੇ ਸੋਲਰ એનર્ਜੀ ਤੇ ਸ਼ਿਫਟ ਕੀਤਾ ਜਾਵੇ ਜੀ ਉਹਨੂੰ। ਏਦਾਂ ਯਾਨੀ ਕਿ ਐਲਟਰਨੇਟਿਵ ਸੋਰਸ ਯੂਜ਼ ਕਰਕੇ ਇਹ ਚੀਜ਼ ਹੋ ਸਕਦੀ ਹੈ ਜੀ। ਅੱਗੇ ਜੀ, ਜੈਨੇਟਿਕ ਰਿਸਰਚ। ਜੈਨੇਟਿਕ ਵਰਡ ਆਇਆ ਜੀ ਜੀਨ ਤੋਂ। ਜੈਨੇਟਿਕ ਵਰਡ ਆਇਆ ਜੀਨ ਤੋਂ, ਤੇ ਜੀਨ ਜਿਹੜਾ ਵਰਡ ਹੈ ਜੀ, ਤੁਸੀਂ ਲੋਅਰ ਕਲਾਸਿਸ ਚ ਪੜ੍ਹਿਆ ਸੀਗਾ ਕਿ ਜੀਨਸ ਟ੍ਰਾਂਸਫਰ ਹੁੰਦੇ ਆ ਜੀ, ਜਨਰੇਸ਼ਨ ਟੂ ਜਨਰੇਸ਼ਨ। ਜੀਨਸ ਪਾਏ ਜਾਂਦੇ ਆ ਡੀਐਨਏ ਦੇ ਵਿੱਚ, ਤੇ ਡੀਐਨਏ ਹੁੰਦਾ ਇੱਕ ਇਨਸਾਨ ਨੂੰ ਬਣਾਉਣ ਦੀ ਸਟਰਕਚਰ। ਆਪਾਂ ਬਣੇ ਕਿੰਦੇ ਤੋਂ ਆ, ਡੀਐਨਏ ਤੋਂ। ਡੀਐਨਏ ਦੇ ਵਿੱਚ ਕੀ ਪਾਇਆ ਜਾਂਦਾ ਵਾ, ਜੀਨਸ। ਤੇ ਜੀਨਸ ਦਾ ਇੱਕ ਹੋਰ ਨਾਮ ਆ ਜੈਨੇਟਿਕ ਰਿਸਰਚ, ਕਹਿ ਦੋ ਜੈਨੇਟਿਕ ਸਟੱਡੀ ਆ। ਵੈਸੇ ਜੈਨੇਟਿਕ ਐਡਜੈਕਟਿਵ ਆ ਜੀ, ਇੱਕ ਸਹੀ ਜਿਹੜਾ ਨਾਮ ਹੋਵੇਗਾ ਜੀਨ। ਜੀਨ ਡੀਐਨਏ ਵਿੱਚ ਪਾਈ ਜਾਣ ਵਾਲੀ ਇੱਕ ਚੀਜ਼ ਹੈ ਜੀ, ਡੀਐਨਏ ਵਿੱਚ ਪਾਈ ਜਾਣ ਵਾਲੀ। ਜੀਨਸ ਡੀਐਨਏ ਬਣਾਉਂਦੇ ਆ, ਤੇ ਡੀਐਨਏ ਇੱਕ ਇਨਸਾਨ ਨੂੰ ਬਣਾਉਂਦਾ ਵਾ ਜੀ। ਜੀਨਸ ਟ੍ਰਾਂਸਫਰ ਹੁੰਦੇ ਆ, ਤੁਸੀਂ ਲੋਅਰ ਕਲਾਸਿਸ ਚ ਪੜ੍ਹਿਆ। ਫੋਰ ਐਗਜ਼ਾਮਪਲ ਤੁਹਾਡੇ ਵਿੱਚ ਤੁਹਾਡੇ ਫਾਦਰ ਪਲੱਸ ਮਦਰ ਦੋਨਾਂ ਦੇ ਜੀਨਸ ਟ੍ਰਾਂਸਫਰ ਹੋਏ, ਤੇ ਉਹ ਜੀਨਸ ਜਿਹੜੇ ਹੈਗੇ ਆ ਜੀ, ਉਹਨਾਂ ਨੇ ਇੱਕ ਨਵਾਂ ਡੀਐਨਏ ਬਣਾ ਕੇ ਤੁਹਾਨੂੰ ਪੈਦਾ ਕਰਤਾ ਜੀ। ਜੈਨੇਟਿਕ ਰਿਸਰਚ ਉੱਪਰ ਐਸੇ ਆ ਗਿਆ ਜੀ, ਹੁਣ ਆਪਾਂ ਨੂੰ ਮੰਨ ਕੇ ਚੱਲੋ। ਜੀਨਸ ਕੱਲੇ ਇਨਸਾਨਾਂ ਚ ਨਹੀਂ ਹੁੰਦੇ ਜੀ, ਟਰੀਜ਼ ਚ ਹੁੰਦੇ ਆ, ਜਾਨਵਰਾਂ ਚ ਹੁੰਦੇ ਆ। ਟਰੀਜ਼ ਹੋ ਗਏ, ਜਾਨਵਰ ਹੋ ਗਏ, ਐਨੀਮਲਸ ਹੋ ਗਏ। ਜੀਨਸ ਦੀ ਪਹਿਲਾਂ ਸਟੱਡੀ ਲਿਮਟਡ ਜੀ ਸੀਗੀ, ਬੜੀ ਜ਼ਿਆਦਾ ਲਿਮਟਡ ਜੀ। ਪਹਿਲਾਂ ਆਪਾਂ ਆਪਣੀ ਸਾਇੰਸ ਨੇ ਵੈਸੇ ਬਸ ਸਿੱਖਿਆ ਕਿ ਜੀਨ ਆ ਜੀ, ਦੋ ਇਨਸਾਨਾਂ ਦੇ ਜੀਨ ਮਿਲ ਜਾਂਦੇ ਆ, ਟ੍ਰਾਂਸਫਰ ਗਾਂ ਹੋ ਜਾਂਦੇ ਆ, ਨਵਾਂ ਡੀਐਨਏ ਬਣ ਗਿਆ, ਗਾਂ ਜੋ ਵੀ ਚੀਜ਼ ਹੋਣੀ ਹੈ। ਪਰ ਹੁਣ ਜੀਨਸ ਨੂੰ ਲੈ ਕੇ ਸਟੱਡੀ ਨੇ ਹੋਰ ਜ਼ਿਆਦਾ ਡਿਵੈਲਪਮੈਂਟ ਕਰ ਲਈ। ਹੁਣ ਜੀਨਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਵਾ ਜੀ। ਅਪਗ੍ਰੇਡ ਕਿੱਦਾਂ, ਕਿ ਹੁਣ ਜੀਨਸ ਨੂੰ ਜਾਨੀ ਕਿ ਮੋਡੀਫਾਈ ਕਰਨ ਲੱਗੀ ਸਾਇੰਸ। ਮੰਨ ਕੇ ਚੱਲੋ ਕਿਵੇਂ ਮੋਡੀਫਾਈ ਕਰਨ ਲੱਗੀ ਜੀ। ਹੁਣ ਮੰਨ ਕੇ ਲਓ ਫਾਦਰ ਤੇ ਮਦਰ, ਏਦਾਂ ਦੀਆਂ ਹੁਣ ਸਾਇੰਸ ਨੇ ਤਰੱਕੀ ਕਰ ਲਈ ਕਿ ਜਿਹੜੇ ਜੀਨਸ ਟ੍ਰਾਂਸਫਰ ਅੱਗੇ ਨਹੀਂ ਕਰਵਾਉਣਾ ਚਾਹੁੰਦੇ, ਜਿਹੜੇ ਜੀਨਸ ਕੰਮ ਦੇ ਨਹੀਂ ਗੇ, ਜੀਨਸ ਹਰ ਇੱਕ ਚੀਜ਼, ਜੀਨਸ ਕੀ ਡਿਸਾਈਡ ਕਰਦੇ ਆ, ਤੁਹਾਡੀ ਹਾਈਟ ਤੁਹਾਡੇ ਜੀਨਸ ਨੇ ਡਿਸਾਈਡ ਕੀਤੀ ਸੀ, ਤੁਹਾਡਾ ਕਲਰ ਤੁਹਾਡੇ ਜੀਨਸ ਦੀ ਵਜ੍ਹਾ ਕਰਨਾ ਇਦਾਂ ਦਾ ਜੀ, ਤੁਹਾਡਾ ਨੇਚਰ ਤੁਹਾਡੇ ਜੀਨਸ ਦੀ ਵਜ੍ਹਾ ਕਰਨਾ ਇਦਾਂ ਦਾ ਜੀ। ਠੀਕ ਹੈ ਜੀ। ਬਾਕੀ ਵੀ ਹੋਰ ਚੀਜ਼ਾਂ ਕਈ ਤੁਹਾਡੀ ਯਾਨੀ ਕਿ ਬੋਨਸ ਦੀ ਡਿਵੈਲਪਮੈਂਟ ਉਹ ਜੀਨਸ ਤੇ ਡਿਪੈਂਡ ਕਰਦੀ ਹੈ। ਸਾਇੰਸ ਨੂੰ ਜਦੋਂ ਇਹ ਚੀਜ਼ ਪਤਾ ਲੱਗੀ ਕਿ ਜੀਨਸ ਹੀ ਕੰਟਰੋਲ ਕਰਦੇ ਆ ਇਹ ਚੀਜ਼ਾਂ ਨੂੰ, ਤਾਂ ਜੀਨਸ ਨੂੰ ਮੋਡੀਫਾਈ ਕਰਨ ਲੱਗੇ। ਮੰਨ ਕੇ ਲਓ ਫਾਦਰ ਤੇ ਮਦਰ ਦੇ ਵਿੱਚ ਕੋਈ ਜੀਨ ਹੈ, ਇੱਕ ਜੀਨ ਲਿਆ ਉਹਨਾਂ ਨੇ, ਉਹ ਜੀਨ ਨੂੰ ਉਹਨਾਂ ਨੇ ਡਿਵੈਲਪ ਕਰਤਾ, ਅਪਗ੍ਰੇਡ ਕਰਤਾ, ਉਹਦੀ ਪਾਵਰ ਵਧਾਤੀ, ਤਾਂ ਕਿ ਜਿਹੜਾ ਨੈਕਸਟ ਮੰਨ ਕੇ ਚਲੋ ਬੱਚਾ ਪੈਦਾ ਹੋਣਾ, ਉਹਦੇ ਵਿੱਚ ਜੀਨਸ ਪਹਿਲਾਂ ਨਾਲੋਂ ਸੁਪੀਰੀਅਰ ਹੋਵੇ।
ਜਾਣੀ ਕਿ ਪਹਿਲਾਂ ਉਹਦੀ ਹਾਈਟ ਮੰਨ ਕੇ ਲਓ 5 ਫੁੱਟ 6 ਇੰਚ ਹੋਣੀ ਸੀਗੀ, ਉਹ ਜੀਨ ਨੂੰ ਅਪਗ੍ਰੇਡ ਕਰਤਾ, ਹੁਣ ਸ਼ਾਇਦ ਉਹ 6 ਫੁੱਟ ਤੇ ਵੀ ਹੋ ਸਕਦਾ ਉਹ ਬੱਚਾ। ਜਾਣੀ ਕਿ ਹੁਣ ਜੀਨਸ ਦੇ ਨਾਲ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਐਕਸਪੈਰੀਮੈਂਟ ਸ਼ੁਰੂ ਹੋ ਗਏ ਜੀ। ਕੱਲੇ ਇੱਥੇ ਨਹੀਂ ਚੀਜ਼ ਖਤਮ ਹੋਈ, ਪਲਾਂਟਸ ਦੇ ਉੱਪਰ ਵੀ ਇਦਾਂ ਹੀ ਹੁੰਦਾ ਜੀ। ਇਹ ਪਲਾਂਟਸ ਮੰਨ ਕੇ ਲਓ ਆਹ ਪਲਾਂਟ ਲੈ ਲਿਆ ਪਲੱਸ ਆਹ ਵਾਲਾ ਪਲਾਂਟ ਲੈ ਲਿਆ, ਇਹਨਾਂ ਦੇ ਜੀਨਸ ਇਹਨਾਂ ਨੇ ਜੀ ਟ੍ਰਾਂਸਮਿਟ ਕਰਕੇ ਇੱਕ ਨਵੀਂ ਬਰੀਡ ਪੈਦਾ ਕਰਨ ਲੱਗ ਗਏ। ਤਾਂ ਕਰਕੇ ਇਹ ਸਟੱਡੀ ਦਾ ਨਾਮ ਪੈ ਗਿਆ ਜੈਨੇਟਿਕ ਰਿਸਰਚ। ਜੈਨੇਟਿਕ ਰਿਸਰਚ ਕਿਹੜੀ ਰਿਸਰਚ ਹੁੰਦੀ ਆ? The research which deals with the genes is called genetic research. Genetic research ਤੇ ਐਸੇ ਉਹ ਆ ਸਕਦਾ ਜੀ। ਤੁਹਾਨੂੰ ਕਹਿ ਸਕਦਾ ਕਿ ਜੈਨੇਟਿਕ ਰਿਸਰਚ ਜਿਹੜੀ ਹੈਗੀ ਅੱਜ ਕੱਲ ਬੜਾ ਜ਼ਿਆਦਾ ਗਰੋ ਕਰ ਰਹੀ ਹੈ ਜੀ। ਜਿਵੇਂ ਕਿ ਫੂਡ ਦੇ ਵਿੱਚ ਵੀ ਹੁੰਦੀ ਹੈ ਜੀ। ਫੂਡ ਤੇ ਮੈਂ ਤੁਹਾਨੂੰ ਹੁਣੀ ਦੱਸਿਆ ਨਾ, ਤੁਸੀਂ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਜਿਹੜੇ ਐਪਲ ਦੇਖੇ ਹੋਣਗੇ ਨਿੱਕੇ ਹੁੰਦਿਆਂ ਨਹੀਂ, ਸਿਰਫ ਇੱਕ ਸਿੰਗਲ ਤਰ੍ਹਾਂ ਦਾ ਐਪਲ ਹੀ ਦੇਖਿਆ ਹੋਊਗਾ ਜੀ। ਹੁਣ ਐਪਲ ਮਾਰਕੀਟ 'ਚ ਜਾ ਕੇ ਦੇਖੋ ਕਿ ਕਿੰਨੇ ਤਰ੍ਹਾਂ ਦੇ ਐਪਲ ਆ ਜੀ। ਵਾਈਟ ਐਪਲ ਆ ਗਏ, ਬਲੈਕ ਐਪਲ ਵੀ ਆਪਣੀ ਮਾਰਕੀਟ ਦੇ ਵਿੱਚ, ਬਲੈਕ ਐਪਲ, ਠੀਕ ਹੈ ਜੀ। ਤੇ ਇੱਕ ਜੋ ਆਪਾਂ ਛੋਟੇ ਹੁੰਦੇ ਤੋਂ ਲੈ ਕੇ ਦੇਖਦੇ, ਇੱਕ ਐਪਲ ਜਿਹੜਾ ਇੰਨਾ ਜ਼ਿਆਦਾ ਰੈੱਡ ਆ, ਪੂਰਾ ਹੀ ਰੈੱਡ ਆ, ਉਹ ਕਿਵੇਂ ਤਿਆਰ ਕੀਤੇ ਆ? ਉਹ ਜੈਨੇਟਿਕ ਸਿਸਟਮ ਨੇ ਕੀਤੇ ਸਾਰੇ ਪ੍ਰੋਡਿਊਸ, ਜੈਨੇਟਿਕ ਸਾਇੰਸ ਨੇ ਜੀ, ਉਹਨਾਂ ਨੂੰ ਹੋਰ ਸੁਪੀਰੀਅਰ ਬਣਾਇਆ ਗਿਆ ਵਾ। ਹੁਣ ਤਾਂ ਤੁਹਾਨੂੰ ਕਹਿ ਰਹੇ ਆ ਜੀ, ਮੰਨ ਕੇ ਚੱਲੋ ਕਿ ਜੈਨੇਟਿਕ ਰਿਸਰਚ ਜਿਹੜੀ ਹੈਗੀ ਉਹ ਕਾਫੀ ਜ਼ਿਆਦਾ ਵੱਧ ਰਹੀ ਆ ਹੁਣ ਫੂਡ ਇੰਡਸਟਰੀ ਦੇ ਵਿੱਚ ਵੀ। ਤਾਂ ਇਹਦੇ ਪੋਜ਼ਿਟਿਵ ਪੁਆਇੰਟ ਕੀ ਹੋ ਸਕਦੇ ਆ ਜੀ, ਨੈਗੇਟਿਵ ਕੀ ਹੋ ਸਕਦੇ ਆ ਜੀ? ਪੋਜ਼ਿਟਿਵ ਹੋ ਸਕਦੇ ਆ ਜੀ ਫੂਡ ਦੇ ਮਾਮਲੇ 'ਚ, ਇਹਦੇ ਨਾਲ ਫੂਡ ਪ੍ਰੋਡਕਸ਼ਨ ਨੂੰ ਬੜਾਵਾ ਮਿਲਦਾ ਨਾ। ਇਹਦੇ ਨਾਲ ਫੂਡ ਪ੍ਰੋਡਕਸ਼ਨ ਸਾਰੀ ਦੁਨੀਆ ਵਿੱਚ ਇੱਕ ਸਿੰਗਲ ਹੀ ਮੰਨ ਕੇ ਲਓ ਕੀਵੀ ਸੀਗਾ ਜੀ। ਜੈਨੇਟਿਕ ਸਿਸਟਮ ਨੇ ਕੀ ਕੀਤਾ, ਕੀਵੀ ਦੀਆਂ ਅੱਡੋ ਅੱਡ ਬਰੀਡਸ ਤਿਆਰ ਕਰ ਲਈਆਂ। ਇਹਦੇ ਨਾਲ ਫੂਡ ਪ੍ਰੋਡਕਸ਼ਨ ਨੂੰ ਬੜਾਵਾ ਮਿਲਦਾ। ਫੂਡ ਹੁਣ ਖਤਮ ਨਹੀਂ ਹੋ ਸਕਦਾ। ਜੈਨੇਟਿਕ ਜੋ ਰਿਸਰਚ ਉਹ ਦਾਵਾ ਕਰਦੀ ਹੈ ਕਿ ਹੁਣ ਫੂਡ ਛੇਤੀ ਖਤਮ ਨਹੀਂ ਹੋ ਸਕਦਾ, ਕਿਉਂਕਿ ਅੱਗੇ ਦੀ ਅੱਗੇ ਉਹ ਹੁਣ ਫੂਡ ਪ੍ਰੋਡਕਸ਼ਨ ਕਰੀ ਜਾਂਦੇ ਆ ਜੈਨੇਟਿਕ ਦੇ ਰਾਹੀਂ। ਤੇ ਇਹਦੇ ਨਾਲ ਫੂਡ ਪ੍ਰੋਡਕਸ਼ਨ ਹੁੰਦੀ ਹੈ ਜੀ ਜੈਨੇਟਿਕਸ ਦੇ ਰਾਹੀਂ। ਦੁਨੀਆ ਨੂੰ ਜਿਹੜੀ ਨੀਡ ਆ ਫੂਡ ਦੀ, ਇੰਨਾ ਫੂਡ ਹੁਣ ਪੈਦਾ ਹੋਣ ਲੱਗ ਗਿਆ। ਕਾਹਦੇ ਕਰਕੇ ਹੋਇਆ? ਜੈਨੇਟਿਕ ਯਾਨੀ ਕਿ ਰਿਸਰਚ ਕਰਕੇ। ਇਹਦੇ ਨਾਲ ਤੁਸੀਂ ਕਹਿ ਦਿਓ ਜੀ ਕਿਸੇ ਵੀ ਫਰੂਟ ਨੂੰ ਕਹਿ ਦਿਓ, ਕਿਸੇ ਵੀ ਫੂਡ ਨੂੰ ਅੱਗੇ ਨਾਲੋਂ ਅਪਗ੍ਰੇਡ ਕੀਤਾ ਜਾ ਸਕਦਾ ਜੀ। ਉਹਦੀ ਸਟਰਕਚਰ ਚੰਗੀ ਤਰ੍ਹਾਂ ਸਮਝੀ ਜਾ ਸਕਦੀ ਆ। ਆਪਾਂ ਉਹਦੀਆਂ ਜਿਹੜੀਆਂ ਲਿਮਿਟੇਸ਼ਨਸ ਆ ਉਹਦੇ ਵਿੱਚ ਉਹਨੂੰ ਖਤਮ ਕਰਕੇ ਉਹਨੂੰ ਹੋਰ ਸੁਪੀਰੀਅਰ ਬਣਾ ਸਕਦੇ ਆ ਜੀ। ਫੋਰ ਐਗਜ਼ਾਮਪਲ ਕੀਵੀ, ਤੁਸੀਂ ਕਹੋ ਜੀ ਕੀਵੀ ਦੀਆਂ ਕਿੰਨੀਆਂ ਜ਼ਿਆਦਾ ਆਪਣੇ ਕੋਲੇ ਬਰੀਡਸ ਹੈਗੀਆਂ ਜੀ। ਇਹ ਬਰੀਡਸ ਇੰਨੀਆਂ ਕਿਹਨੇ ਪੈਦਾ ਕੀਤੀਆਂ? ਜੈਨੇਟਿਕ ਰਿਸਰਚ ਨੇ। ਤੁਸੀਂ ਕਹੋ ਕੀਵੀ ਇੱਕ ਨਾਰਮਲ ਕੀਵੀ, ਉਹਦੇ ਨਾਲੋਂ ਇੱਕ ਹੋਰ ਬਰੀਡ ਉਹਦੇ ਨਾਲੋਂ ਕਮ ਸੇ ਕਮ 10 ਗੁਣਾ ਜ਼ਿਆਦਾ ਪਾਵਰਫੁਲ ਹੈ ਜੀ। ਇਹ ਸਾਰੀ ਚੀਜ਼ ਕਿਹਨੇ ਕੀਤੀ? ਜੈਨੇਟਿਕ ਰਿਸਰਚ ਨੇ। ਘਾਟੇ ਕੀ ਹੈ ਜੀ ਇਹਦੇ? ਘਾਟੇ ਜੇ ਦੇ ਮੇਨ ਦੇਖਿਆ ਜਾਵੇ ਤਾਂ ਇੱਕ ਇਹਦਾ ਸਿੰਗਲ ਘਾਟਾ ਹੀ ਹੈ ਜੀ ਮੇਨ ਜੇ ਦੇਖੀਏ, ਉਹ ਹੈਗਾ ਜੀ ਜਾਨੀ ਕਿ ਨੇਚਰ ਦੇ ਨਾਲ ਛੇੜਖਾਨੀ ਕਰਨਾ। ਨੇਚਰ ਦਾ ਜੋ ਸਿਸਟਮ ਆ ਉਹਨੂੰ ਡਿਸਟਰਬ ਕਰ ਦੇਣਾ ਜੀ, ਕਿਉਂਕਿ ਨੇਚਰ ਖੁਦ ਡਿਸਾਈਡ ਕਰਦੀ ਹੈ ਕਿ ਕਿਹੜੇ ਜੀਨਸ ਅੱਗੇ ਜਾਣੇ ਚਾਹੀਦੇ ਆ, ਕਿਹੜੇ ਨਹੀਂ ਜਾਣੇ ਚਾਹੀਦੇ, ਕਿੱਦਾਂ ਕਿੱਦਾਂ ਸਿਸਟਮ ਚੱਲਦਾ। ਇਹ ਸਾਰਾ ਕੁਝ ਨੇਚਰ ਦੇ ਹੱਥ ਵੱਸ ਹੁੰਦਾ। ਆਪਾਂ ਕਿਸੇ ਚੀਜ਼ ਨੂੰ ਡਿਸਟਰਬ ਕਰ ਰਹੇ ਹਾਂ ਐਕਚੁਅਲ ਦੇ ਵਿੱਚ, ਤਾਂ ਇਹ ਹੁੰਦਾ ਜੀ ਇਹ ਜੋ ਨੇਚਰ ਦਾ ਸਿਸਟਮ ਆ ਇਹ ਚੀਜ਼ ਉਹਦੇ ਅਗੇਂਸਟ ਹੁੰਦੀ ਹੈ ਜੀ। ਤੁਸੀਂ ਕਹੋ ਵੀ ਨੇਚਰ ਡਿਸਾਈਡ ਕਰਦੀ ਹੈ ਵੀ ਕੋਈ ਇਨਸਾਨ ਜਾਂ ਕੋਈ ਪਲਾਂਟ ਜਾਂ ਕੋਈ ਵੀ ਚੀਜ਼ ਜੇ ਪੈਦਾ ਹੋ ਰਹੀ ਆ ਤਾਂ ਉਹਨੂੰ ਨੇਚਰ ਖੁਦ ਡਿਵੈਲਪ ਕਰੂਗੀ। ਇਹਦੇ ਵਿੱਚ ਨੇਚਰ ਦੀ ਮਰਜ਼ੀ ਆ, ਨੇਚਰ ਕਹਿ ਲਓ, ਗੋਡ ਕਹਿ ਲਓ। ਤੇ ਆਪਾਂ ਕੀ ਕਰ ਰਹੇ ਆ, ਆਪਾਂ ਨੂੰ ਆਰਟੀਫਿਸ਼ੀਅਲ ਤਰੀਕੇ ਦੇ ਨਾਲ ਉਹਦੇ ਵਿੱਚ ਜਾਨੀ ਕਿ ਮੋਡੀਫਿਕੇਸ਼ਨਸ ਕਰ ਰਹੇ ਆ, ਜੋ ਕਿ ਅੱਗੇ ਜਾ ਕੇ ਸ਼ਾਇਦ ਹਾਰਮਫੁਲ ਸਾਬਿਤ ਹੋ ਸਕਦੀ ਹੈ ਜੀ। ਏਦਾਂ ਦੀ ਚੀਜ਼ ਵੀ ਹੈਗੀ ਹੈ ਕਿ ਕੋਈ ਚੀਜ਼ਾਂ ਨੂੰ ਦੋ ਨੂੰ ਮਿਲਾ ਕੇ ਕੋਈ ਨਵੀਂ ਚੀਜ਼ ਬਣਾਉਣ ਦੇ ਚੱਕਰਾਂ ਵਿੱਚ ਆਪਾਂ ਕੋਈ ਹਾਰਮਫੁਲ ਚੀਜ਼ ਹੀ ਪੈਦਾ ਕਰ ਦਈਏ ਜੀ। ਮੇ ਵੀ ਕੋਈ ਜੈਨੇਟਿਕ ਰਿਸਰਚ ਕੋਲੋਂ ਏਦਾਂ ਦੀ ਵੀ ਤਾਂ ਕੋਈ ਚੀਜ਼ ਫਿਊਚਰ 'ਚ ਹੋ ਸਕਦੀ ਹੈ ਨਾ ਕਿ ਇਹ ਏਦਾਂ ਹੀ ਫੂਡ ਨਾਲ ਪੰਗੇ ਲੈ ਕੇ ਕੋਈ ਹਾਰਮਫੁਲ ਕੋਈ ਯਾਨੀ ਕਿ ਪੋਇਜ਼ਨਸ ਚੀਜ਼ ਪੈਦਾ ਕਰ ਦੇਵੇ ਜਿਹਦੀ ਕੰਜ਼ੰਪਸ਼ਨ ਦੇ ਨਾਲ
ਸਗੋਂ ਇਨਸਾਨ ਖਤਮ ਹੋਣ ਲੱਗ ਜਾਣ। ਇਹ ਵੀ ਤਾਂ ਪੋਸੀਬਿਲਿਟੀ ਹੈ ਨਾ। ਜੇ ਇੱਕ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਮੈਂ ਅਪਗ੍ਰੇਡ ਵਰਜਨ ਪੈਦਾ ਕਰਨਾ ਚਾਹੁੰਦਾ ਵਾਂ ਤਾਂ ਦੋਵਾਂ ਚੀਜ਼ਾਂ ਉਹੀ ਦੋਨੇ ਚੀਜ਼ਾਂ ਮਿਲ ਕੇ ਇੱਕ ਖਤਰਨਾਕ ਚੀਜ਼ ਨੂੰ ਵੀ ਜਨਮ ਦੇ ਸਕਦੀਆਂ ਜੀ। ਤਾਂ ਦੂਸਰਾ ਇਹ ਹੋ ਸਕਦਾ ਜੀ ਕਿ ਇਹ ਚੀਜ਼ ਹਾਰਮਫੁਲ ਹੋ ਸਕਦੀ ਹੈ ਜੀ। ਪਹਿਲੇ ਨੰਬਰ ਤੇ ਕੀ ਸੀ, ਨੇਚਰ ਦੇ ਵਿਰੁੱਧ ਹੈ ਜੀ ਇਹ ਚੀਜ਼। ਠੀਕ ਹੈ ਜੀ। ਸੋ ਇਹ ਆਪਣੇ ਅੱਜ ਵਾਲੇ ਸੀਗੇ ਜੀ ਬੈਡ ਲੱਕ ਟੌਪਿਕਸ, ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜ਼ਰੂਰੀ ਸੀਗਾ। ਇਹ ਫਾਈਨਲ ਦੇ ਵਿੱਚ ਹੋ ਸਕਦੇ ਆ ਜੀ।